ਆਓ ਸਭ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਗੁਰੂ ਨਾਨਕ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ ਸਾਰੇ ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਐਸੇ ਔਰ ਕਹਾ ਲਗ ਗਨੀਆ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਹੀ ਸੰਸਾਰ ਦੇ ਲੋਕਾਂ ਨੂੰ ਤਾਰਿਆ, ਨਿਰੰਕਾਰ ਦਾ ਉਪਦੇਸ਼ ਦਿੱਤਾ। ਜਿਸ ਥਾਂ ਤੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਗਏ ਸੱਚੇ ਪਾਤਸ਼ਾਹ ਨੇ ਭਲਾ ਹੀ ਕੀਤਾ, ਨਾਮ ਦੀ ਠੰਡ ਹੀ ਵਰਤਾਈ ਹੈ। ਪਹੁੰਚੇ ਤਹਾਂ ਸਿਧ ਜਾਹੇ ਸੁਣੀਐ। ਕਹਿੰਦੇ ਜਿਸ ਵੀ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਦਾ ਕਿ ਇਸ ਇਲਾਕੇ ਵਿੱਚ ਕੋਈ ਸਿੱਧ ਹੈ, ਕੋਈ ਫਕੀਰ ਹੈ, ਕੋਈ ਪੀਰ ਹੈ, ਕੋਈ ਰੱਬ ਦਾ ਪਿਆਰਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖੁਦ ਚੱਲ ਕੇ ਉਸ ਦੇ ਸਥਾਨ ਤੱਕ ਪਹੁੰਚ ਕਰਦੇ ਨੇ। ਉਨਕੀ ਸਿੱਧੀ ਦੇਖ ਦਿਖਾਏ। ਔਰ ਕਹਿੰਦੇ ਜੋ ਆਪਣੀਆਂ ਸਿੱਧੀਆਂ ਤਾਕਤਾਂ ਦੇ ਨਾਲ ਲੋਕਾਂ ਨੂੰ ਭੈ ਭੀਤ ਕਰਦੇ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਜਾ ਕੇ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਵੇਖਦੇ ਨੇ। ਝੂਠ ਛਡਾਵੈ ਸੱਚ ਦੇ ਲਾਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਹੋਕਾ ਦਿੰਦੇ ਨੇ ਭਾਈ ਝੂਠ ਛੱਡੋ, ਝੂਠ ਛੱਡ ਕੇ ਸੱਚ ਦੇ ਨਾਲ ਜੁੜੋ, ਸੱਚ ਬੋਲਣ ਦੀ ਸ਼ੁਰੂਆਤ ਕਰੋ। ਖਾਲਸਾ ਜੀ ਅੱਜ ਵੀ ਜਦੋਂ ਖਾਲਸਾ ਪੰਥ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ ਬਸੰਤ ਪੰਚਮੀ ਵਾਲੇ ਦਿਨ 5 ਫਰਵਰੀ ਨੂੰ ਇਸ ਅਸਥਾਨ ਤੇ ਅੰਮ੍ਰਿਤ ਸੰਚਾਰ ਕੀਤਾ ਜਾਣਾ ਹੈ। ਪੰਜ ਪਿਆਰੇ ਉਪਦੇਸ਼ ਦਿੰਦੇ ਨੇ ਕਿ ਭਾਈ ਝੂਠ ਨਾ ਬੋਲੋ, ਸੱਚ ਬੋਲੋ। 52 ਬਚਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਕਿ ਭਾਈ ਝੂਠ ਨਾ ਬੋਲੋ, ਸੱਚ ਬੋਲੋ। ਪਰ ਮਾਫ ਕਰਨਾ, ਝੂਠ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਚੌਂਕੜਾ ਲਾਈ ਬੈਠਾ। ਪਰ ਯਤਨ ਕਰਨਾ ਚਾਹੀਦਾ ਹੈ, ਜਦੋਂ ਤੱਕ ਜ਼ੁਬਾਨ ਦੇ ਉੱਤੋਂ ਝੂਠ ਨਹੀਂ ਜਾਂਦਾ ਤੇ ਸੱਚ ਨਹੀਂ ਟਿਕਦਾ ਖਾਲਸਾ ਜੀ, ਉਦੋਂ ਤੱਕ ਰੱਬ ਦਾ ਨਾਮ ਵੀ ਹਿਰਦੇ ਵਿੱਚ ਟਿਕ ਨਹੀਂ ਸਕਦਾ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਜਾ ਕੇ ਉਪਦੇਸ਼ ਦਿੰਦੇ ਨੇ ਭਾਈ ਸੱਚ ਬੋਲ, ਸੱਚ ਨੂੰ ਹਿਰਦੇ ਵਿੱਚ ਵਸਾ। ਇਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾ ਕਰਕੇ ਹਰ ਇੱਕ ਨੂੰ ਹੋਕਾ ਦਿੱਤਾ। ਦੋਹਰਾ ਇਮ ਕਰ ਸੈਲ ਪੰਜਾਬ ਕੀ ਲੀਨੈ ਲੋਕ ਪਤਿਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਪੰਜਾਬ ਦੇਸ਼ ਦੀ ਵੀ ਸੈਰ ਕੀਤੀ। ਖਾਲਸਾ ਜੀ ਪੰਜਾਬ ਦਾ ਇਲਾਕਾ ਵੀ ਬਹੁਤ ਵੱਡਾ ਇਲਾਕਾ ਸੀ, ਹੁਣ ਭਾਵੇਂ ਵੰਡਿਆ ਗਿਆ ਪੰਜਾਬ ਦੇ ਇਲਾਕੇ ਨੂੰ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਪੰਜਾਬ ਦੇਸ਼ ਦਾ ਰਟਨ ਕੀਤਾ, ਜਿਤਨੇ ਵੀ ਸੰਸਾਰ ਦੇ ਪੰਜਾਬ ਦੇਸ਼ ਦੇ ਲੋਕ ਸਨ ਸਾਰਿਆਂ ਦੇ ਮਾਨੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਭਿੱਜ ਗਏ। ਕਿਤ ਸੁੰਦਰ ਧਰਮਸਾਲ ਕਰ ਨਿਜ ਨਿਜ ਧਰਮੋ ਲਾਏ। ਔਰ ਜਿਸ ਵੀ ਥਾਂ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸੱਚੇ ਪਾਤਸ਼ਾਹ ਨੇ ਉਸ ਥਾਂ ਤੇ ਜਾ ਕੇ ਇੱਕ ਬਚਨ ਜ਼ਰੂਰ ਕੀਤਾ ਕਿ ਭਾਈ ਸਿੱਖੋ, ਜੇ ਰੱਬ ਦੀ ਬਖਸ਼ਿਸ਼ ਲੈਣੀ ਹੈ ਇੱਕ ਧਰਮਸ਼ਾਲਾ ਬਣਾਓ। ਧਰਮਸ਼ਾਲਾ ਤੋਂ ਭਾਵ ਜਿਵੇਂ ਅੱਜ ਆਪਾਂ ਗੁਰੂਦੁਆਰਾ ਸ਼ਬਦ ਵਰਤਦੇ ਹਾਂ, ਸਤਿਗੁਰਾਂ ਵੇਲੇ ਧਰਮਸ਼ਾਲਾ ਸ਼ਬਦ ਵਰਤਿਆ ਜਾਂਦਾ ਸੀ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਵੇ। ਸਤਿਗੁਰਾਂ ਨੇ ਕਹਿਣਾ ਭਾਈ ਸਿੱਖੋ ਧਰਮਸ਼ਾਲਾ ਬਣਾਓ। ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਸੰਧਿਆ ਵੇਲੇ ਸਿੱਖਾਂ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਬੈਠ ਕਰਕੇ ਰੱਬ ਦੀ ਵਡਿਆਈ ਕਰੋ, ਰੱਬ ਦੀ ਸਿਫਤ ਕਰੋ, ਸਤਸੰਗ ਕਰੋ, ਸੰਗਤ ਦੀ ਘੜੀਆਂ ਦਾ ਆਨੰਦ ਮਾਣੋ, ਤੁਹਾਡੀਆਂ ਝੋਲੀਆਂ ਰੱਬ ਖੁਦ ਭਰ ਦੇਵੇਗਾ। ਇਹ ਸਤਿਗੁਰਾਂ ਦਾ ਬਚਨ ਸੀ ਕਿ ਸਾਰਾ ਦਿਨ ਕਿਰਤ ਕਰਨੀ, ਗ੍ਰਸਤ ਦੇ ਵਿੱਚ ਪਰਿਵਾਰ ਦੇ ਕੰਮ ਕਰਨੇ, ਸੰਸਾਰ ਦੇ ਕਾਰ ਵਿਹਾਰ ਕਰਨੇ, ਪਰ ਅੰਮ੍ਰਿਤ ਵੇਲੇ ਤੇ ਸੰਧਿਆ ਵੇਲੇ ਸੰਗਤ ਦੇ ਵਿੱਚ ਜ਼ਰੂਰ ਜਾਣਾ। ਖਾਲਸਾ ਜੀ ਭਾਗਾਂ, ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਸੰਗਤ ਦੀਆਂ ਘੜੀਆਂ ਮਿਲ ਜਾਣ। ਜਦੋਂ ਸਤਿਗੁਰੂ ਦੀ ਕਿਰਪਾ ਹੋਵੇ ਤਾਂ ਸੰਗਤ ਵਿੱਚ ਦਿਲ ਲੱਗਦਾ ਹੈ, ਨਹੀਂ ਤੇ ਬੰਦਾ ਮੱਥਾ ਟੇਕ ਕੇ ਕਾਹਲੀ ਕਰਦਾ ਬਾਹਰ ਭੱਜਣ ਦੀ। ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਨੇ ਕਿ ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀ, ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀ, ਆ ਹਜ਼ੂਮੇ ਖੁਸ਼ ਕੇ ਬਹਿਰੇ ਯਾਦੋਸਤ, ਆ ਹਜ਼ੂਮੇ ਖੁਸ਼ ਕੇ ਹੱਕ ਬੁਨਿਆਦੋਸਤ। ਭਾਈ ਨੰਦ ਲਾਲ ਸਾਹਿਬ ਨੂੰ ਕਿਹਾ ਵੱਡੇ ਭਾਗਾਂ ਦੀ ਨਿਸ਼ਾਨੀ ਕੀ ਹੈ? ਕਹਿੰਦੇ ਉਸ ਦਿਨ ਆਪਣੇ ਭਾਗ ਸਭ ਤੋਂ ਚੰਗੇ ਜਾਣੀ ਜਿਸ ਦਿਨ ਤੈਨੂੰ ਸਤ ਸੰਗਤ ਦੀਆਂ ਘੜੀਆਂ ਨਸੀਬ ਹੋ ਜਾਣ।
ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਧਰਮਸ਼ਾਲਾ ਬਣਾਉਣੀ ਤੇ ਉਪਦੇਸ਼ ਕਰਨਾ, ਭਾਈ ਸਿੱਖੋ ਸਾਡੇ ਜਾਣ ਤੋਂ ਬਾਅਦ ਵੀ ਪਿਆਰ ਦੇ ਨਾਲ ਜੁੜ ਕਰਕੇ ਅੰਮ੍ਰਿਤ ਵੇਲੇ ਸੰਧਿਆ ਵੇਲੇ ਰੱਬ ਨੂੰ ਚੇਤੇ ਕਰਿਓ ਤੇ ਸਾਨੂੰ ਆਵਾਜ਼ ਲਾਇਓ। ਅਸੀਂ ਕਦੇ ਵੀ ਤੁਹਾਡੇ ਤੋਂ ਦੂਰ ਨਹੀਂ ਹੋਵਾਂਗੇ, ਬਲਕਿ ਸੰਗਤ ਵਿੱਚ ਬੈਠ ਕਰਕੇ ਤੁਹਾਡੇ ਨਾਲ ਕਰਤਾਰ ਦੀਆਂ ਸਿਫਤਾਂ ਕਰ ਰਹੇ ਹੋਵਾਂਗੇ। ਸਭੀ ਹਕੀਕਤ ਉਨੈ ਕੀ ਇਹਾਂ ਲਿਖਿਓ ਨਹਿ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੀਵਨ ਝਲਕਾਂ ਦੀ ਜੋ ਹਕੀਕਤ ਹੈ ਇਸ ਤਰ੍ਹਾਂ ਮਰੀ ਕਪਤਾਨ ਨੂੰ ਲਿਖਵਾ ਦਿੱਤੀ। ਜਨਮ ਸਾਖੀ ਪੁਰਾਤਨੋ ਦੇਖੋ ਜਿਸ ਹੋਏ ਚਾਹੇ। ਕਹਿੰਦੇ ਜੇ ਗੁਰਸਿੱਖਾਂ ਨੂੰ ਹੋਰ ਵੀ ਚਾਹ ਹੋਵੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਾਖੀਆਂ ਪੜ੍ਹਨ ਦਾ, ਤਾਂ ਭਾਈ ਬਾਲਾ ਜੀ ਵਾਲੀ ਪੁਰਾਤਨ ਜਨਮ ਸਾਖੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅਨਮੋਲ ਜੀਵਨ ਸਾਖੀਆਂ ਮਿਲ ਜਾਂਦੀਆਂ ਨੇ। ਦੋਹਰਾ ਕਲਯੁਗ ਓ ਜਿਮ ਸਤਿਗੁਰੂ ਸਾਖੀ ਗੋਸ਼ਟ ਹੋਏ। ਸੋ ਖਾਲਸਾ ਜੀ, ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਕਿਵੇਂ ਕਲਯੁਗ ਦੀ ਮੁਲਾਕਾਤ ਹੁੰਦੀ ਹੈ ਉਹ ਵੀ ਦੱਸਦੇ ਨੇ। ਮੈਂ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਭਾਵੇਂ ਸਮਾਂ ਰਫ਼ਤਾਰ ਫੜ ਰਿਹਾ ਤੇ ਅੱਜ ਜਦੋਂ ਸਾਰਾ ਦਿਨ ਕੰਮਕਾਰ ਕਰਨ ਤੋਂ ਬਾਅਦ ਆਪਾਂ ਘਰਾਂ ਵਿੱਚ ਆਉਨੇ ਆ, ਪਰਿਵਾਰ ਨਾਲ ਬੈਠ ਕੇ, ਬੱਚਿਆਂ ਨਾਲ ਬੈਠ ਕੇ ਸੰਸਾਰ ਦੇ ਟੈਲੀਵਿਜ਼ਨ ਦੇ ਉੱਤੇ ਰੰਗ ਤਮਾਸ਼ੇ ਵੇਖਦੇ ਆ ਜਾਂ ਆਪੋ ਆਪਣੇ ਸੋਸ਼ਲ ਮੀਡੀਆ ਚਲਾਉਂਦੇ ਆ। ਪਰ ਮੈਂ ਬੇਨਤੀ ਕਰਾਂ, ਪੁਰਾਣੇ ਸਮੇਂ ਦੇ ਵਿੱਚ ਗੁਰਸਿੱਖਾਂ ਦੇ ਘਰਾਂ ਦੇ ਇਹ ਅਸੂਲ ਹੁੰਦੇ ਸਨ ਕਿ ਜਦੋਂ ਸਾਰਾ ਦਿਨ ਕੰਮਕਾਰ ਕਰਨ ਤੋਂ ਬਾਅਦ ਗੁਰਸਿੱਖਾਂ ਨੇ ਘਰਾਂ ਵਿੱਚ ਬੈਠਣਾ, ਤੇ ਜਿਵੇਂ ਅੱਜ ਗੁਰੂ ਘਰ ਵਿੱਚ ਇਤਿਹਾਸ ਦੀ ਕਥਾ ਹੋ ਰਹੀ ਹੈ, ਗੁਰਸਿੱਖਾਂ ਨੇ ਘਰਾਂ ਵਿੱਚ ਬੈਠਣਾ, ਘਰ ਦੇ ਵੱਡੇ ਬਜ਼ੁਰਗ ਨੇ ਗੁਰੂ ਨਾਨਕ ਦੀਆਂ ਸਾਖੀਆਂ ਸੁਣਾਉਣੀਆਂ ਤੇ ਘਰ ਦੇ ਪਰਿਵਾਰ ਦੇ ਬਾਕੀ ਜੀਆਂ ਨੇ ਬੈਠ ਕਰਕੇ ਬਾਬੇ ਦੀਆਂ ਸਾਖੀਆਂ ਸੁਣਨੀਆਂ। ਤੇ ਖਾਲਸਾ ਜੀ, ਉਦੋਂ ਪਰਿਵਾਰਾਂ ਵਿੱਚ ਪਿਆਰ ਵੀ ਹੁੰਦਾ ਸੀ, ਪਰਿਵਾਰਾਂ ਵਿੱਚ ਇਤਫਾਕ ਹੁੰਦਾ ਸੀ, ਪਰਿਵਾਰਾਂ ਵਿੱਚ ਮਿਠਾਸ ਹੁੰਦੀ ਸੀ। ਕਿਉਂਕਿ ਰੋਜ਼ ਬਾਬੇ ਦੀਆਂ ਮਿੱਠੀਆਂ ਸਾਖੀਆਂ ਸੁਣੀਆਂ ਜਾਂਦੀਆਂ ਸਨ, ਸੁਣਾਈਆਂ ਜਾਂਦੀਆਂ ਸਨ। ਸੋ ਦੁਬਾਰਾ ਫਿਰ ਆਪਣੇ ਘਰ ਵੱਲ ਪਰਤਣਾ ਚਾਹੀਦਾ। ਗੁਰੂ ਘਰ ਵਿੱਚ ਹਾਜ਼ਰੀ ਲਵਾ ਕਰਕੇ ਵੀ ਪਰਿਵਾਰ ਨਾਲ ਬੈਠ ਕੇ ਗੁਰੂ ਬਾਬੇ ਦੀਆਂ ਸਿਫਤਾਂ ਜ਼ਰੂਰ ਕਰਨੀਆਂ ਚਾਹੀਦੀਆਂ। ਸੋ ਹੁਣ ਕਲਯੁਗ ਦਾ ਪ੍ਰਸੰਗ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਕਿਸ ਤਰ੍ਹਾਂ ਕਲਯੁਗ ਦੀ ਮੁਲਾਕਾਤ ਹੁੰਦੀ ਹੈ, ਭਾਈ ਰਤਨ ਸਿੰਘ ਭੰਗੂ ਉਸ ਸਾਖੀ ਬਾਰੇ ਦੱਸਦੇ ਨੇ। ਜਿਮ ਜਿਮ ਲਿਖ ਆਗੇ ਗਏ ਦੇਖ ਬਤਾਉ ਸੋਏ। ਕਹਿੰਦੇ ਭਾਈ ਰਤਨ ਸਿੰਘ ਭੰਗੂ, ਇਹ ਨਾ ਸਮਝਣਾ ਕਿ ਮੈਂ ਆਪਣੇ ਵੱਲੋਂ ਕੁਝ ਸੁਣਾ ਰਿਹਾ, ਜੋ ਮੇਰੇ ਤੋਂ ਪਹਿਲਾਂ ਇਤਿਹਾਸਕਾਰਾਂ ਨੇ ਲਿਖਿਆ ਹੈ, ਭਾਵ ਕਿ ਜਨਮ ਸਾਖੀ ਦੇ ਜੋ ਬੋਲ ਨੇ ਜਾਂ ਭਾਈ ਮਨੀ ਸਿੰਘ ਜੀ ਵਾਲੀ ਜੋ ਹਸਤ ਲਿਖਤ ਪੋਥੀਆਂ ਨੇ, ਉਹਨਾਂ ਵਿੱਚੋਂ ਜੋ ਪ੍ਰਮਾਣ ਲੈ ਕਰਕੇ ਮੈਂ ਇੱਥੇ ਸਾਖੀ ਸੁਣਾਉਣ ਜਾ ਰਿਹਾ ਹਾਂ। ਚੌਪਈ ਕਿਛਕ ਭਾਵ ਗੁਰ ਸ਼ਬਦ ਵਿਚਾਰ। ਔਰ ਇਸ ਸਾਖੀ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਸ਼ਬਦ ਨੇ, ਭਾਵ ਗੁਰ ਸ਼ਬਦ ਦੀ ਵਿਚਾਰ ਨੂੰ ਮੁੱਖ ਰੱਖ ਕੇ ਇਹ ਕਲਯੁਗ ਦੀ ਸਾਖੀ ਅੱਗੇ ਵਧਾ ਰਿਹਾ। ਕਹੋ ਦੇਖ ਸ੍ਰੀ ਗ੍ਰੰਥ ਮਝਾਰ। ਜੋ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਆਪਾਂ ਦਰਸ਼ਨ ਵੀ ਕਰ ਸਕਦੇ ਹਾਂ, ਉਹ ਵੀ ਇਸ ਸਾਖੀ ਵਿੱਚ ਆਉਣਗੇ। ਕਲੂ ਨਰਕ ਚਾਹੇ ਪਾਪੀ ਪਾਏ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਕਲਯੁਗ ਦਾ ਸੁਭਾਵ ਹੈ, ਕਲਯੁਗ ਦੇ ਵਿੱਚ ਪਾਪੀਆਂ ਦੀ ਜੈ ਜੈਕਾਰ ਹੁੰਦੀ ਹੈ, ਝੂਠਿਆਂ ਦੀ ਜੈ ਜੈਕਾਰ ਹੁੰਦੀ ਹੈ। ਕਿਉਂਕਿ ਕਲਯੁਗ ਚਾਹੁੰਦਾ ਪਾਪੀ ਪਾਪ ਕਰਨ ਤੇ ਨਰਕਾਂ ਵਿੱਚ ਜਾਣ, ਕਿਉਂਕਿ ਕਲਯੁਗ ਦਾ ਸੁਭਾਵ ਹੈ, ਕਲਯੁਗ ਸੱਚ ਨਾਲ ਜੁੜਨ ਨਹੀਂ ਦਿੰਦਾ, ਧਰਮ ਨਾਲ ਜੁੜਨ ਨਹੀਂ ਦਿੰਦਾ। ਕਲਯੁਗ ਚਾਹੁੰਦਾ ਹੈ ਕਿ ਮੇਰੇ ਰਾਜ ਦੇ ਵਿੱਚ ਵਕਾਰ ਹੋਣ, ਵਕਾਰੀ ਪੁਰਸ਼ ਹੋਣ, ਵਾਸ਼ਨਾ ਵੱਧ ਤੋਂ ਵੱਧ ਫੈਲੇ। ਕਹਿੰਦੇ ਕਲਯੁਗ ਦਾ ਇਹ ਸੁਭਾਵ ਬਣ ਗਿਆ ਹੈ। ਪਰ ਸਤਿਗੁਰੂ ਜੀ ਚਾਹੇ ਕਢਾਏ। ਪਰ ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਕਲਯੁਗ ਦੇ ਵਿੱਚ ਪ੍ਰਗਟ ਹੋ ਕਰਕੇ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਕਲਯੁਗ ਤੋਂ ਬਚਾ ਲਿਆ। ਖਾਲਸਾ ਜੀ, ਜਨਮ ਸਾਖੀ ਵਿੱਚ ਆਉਂਦਾ ਹੈ ਕਿ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਰੁੱਖ ਦੀ ਇੱਕ ਦਰਖਤ ਦੇ ਥੱਲੇ ਬੈਠੇ ਹੋਏ ਸੀ। ਕਹਿੰਦੇ ਇੱਕ ਬੜਾ ਹੀ ਭਿਆਨਕ ਜੇ ਚਿਹਰੇ ਵਾਲਾ, ਡਰਾਵਨੇ ਚਿਹਰੇ ਵਾਲਾ ਇੱਕ ਵਿਅਕਤੀ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਵੱਲ ਵੱਧ ਰਿਹਾ ਸੀ। ਕਦੇ ਆਪਣੀ ਮੁਖ ਦੇ ਵਿੱਚੋਂ ਅੱਗਾਂ ਕੱਢੇ, ਕਦੇ ਕਿਸੇ ਤਰ੍ਹਾਂ ਦੀਆਂ ਹਰਕਤਾਂ ਕਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਡਰਾਉਣਾ ਚਾਹੁੰਦਾ ਸੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਇੰਨਾ ਸੀ
ਕਹਿੰਦੇ ਜਿਉਂ-ਜਿਉਂ ਕਲਯੁਗ ਗੁਰੂ ਨਾਨਕ ਸਾਹਿਬ ਦੇ ਨੇੜੇ ਆਵੇ ਤਿਉਂ-ਤਿਉਂ ਕਹਿੰਦੇ ਉਹਦਾ ਭਿਆਨਕਪਨ, ਉਹਦਾ ਡਰਾਵਣਾ ਚਿਹਰਾ ਖਤਮ ਹੋਈ ਜਾ ਰਿਹਾ ਸੀ। ਜੋ ਮੱਥੇ ਦੇ ਉੱਤੇ ਤਿਉੜੀਆਂ ਪਈਆਂ ਸੀ, ਜੋ ਚਿਹਰੇ ਦੇ ਉੱਤੇ ਰੁੱਖਾਪਣ ਸੀ, ਉਹ ਦੂਰ ਹੋ ਰਿਹਾ ਸੀ। ਸੱਚ ਹੈ, ਅੱਜ ਵੀ ਜਿਨ੍ਹਾਂ ਦੇ ਮੱਥਿਆਂ ਤੇ ਚਿਹਰਿਆਂ ਤੇ ਤਿਉੜੀਆਂ ਨੇ, ਚਿਹਰੇ ਰੁੱਖੇ ਨੇ, ਜ਼ਬਾਨ ਕਿਸੇ ਨਾਲ ਮਿੱਠਾ ਨਹੀਂ ਬੋਲਦੀ, ਹਰ ਇੱਕ ਨੂੰ ਫਿੱਕਾ ਬੋਲਦੀ ਹੈ, ਇਹ ਸਭ ਤੋਂ ਵੱਡੀ ਕਲਯੁਗ ਦੀ ਨਿਸ਼ਾਨੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖ ਹਰ ਇੱਕ ਦੇ ਨਾਲ ਪਿਆਰ ਨਾਲ ਬੋਲਦੇ ਨੇ, ਇੱਕ ਫਿੱਕਾ ਨਾ ਗਲਾਏ, ਸਭ ਨਾਮੇ ਸੱਚਾ ਸੋ ਧਨੀ। ਕਹਿੰਦੇ ਕਲਯੁਗ ਗੁਰੂ ਨਾਨਕ ਸਾਹਿਬ ਕੋਲ ਆਇਆ, ਸੱਚੇ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਢਲ ਗਿਆ ਤੇ ਹੁਣ ਸੋਚਿਆ ਵੀ ਇਹ ਗੁਰੂ ਨਾਨਕ ਜੋ ਹੈ ਇਹ ਮੰਨਿਆ ਪਰਮੰਨਿਆ ਪੀਰ ਹੈ, ਤੇ ਇਸ ਮੰਨੇ ਪਰਮੰਨੇ ਪੀਰ ਅੱਗੇ ਮੇਰੀਆਂ ਸਾਰੀਆਂ ਤਾਕਤਾਂ ਵਿਅਰਥ ਜਾ ਰਹੀਆਂ। ਮੈਂ ਲੋਕਾਂ ਨੂੰ ਧਰਮ ਨਾਲ ਜੁੜਨ ਨਹੀਂ ਦੇਣਾ ਚਾਹੁੰਦਾ, ਤੇ ਇਹ ਲੋਕਾਂ ਨੂੰ ਪਾਪ ਤੋਂ ਬਚਾ ਕੇ ਭਵ ਸਾਗਰ ਤਰਾ ਰਿਹਾ ਹੈ। ਕਲਯੁਗ ਨੇ ਸੋਚਿਆ ਮੈਂ ਇਸ ਪੀਰ ਨੂੰ ਲਾਲਚ ਦੇਵਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਨਾਨਕ ਜੇ ਤੂੰ ਮੇਰਾ ਹੋ ਜਾਵੇਂ ਤੇਰੀ ਜੈ ਜੈਕਾਰ ਹੋ ਜਾਵੇਗੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੇਰੇ ਕੋਲ ਕੀ ਹੈ? ਕਹਿਣ ਲੱਗਾ ਜਿਹੜਾ ਮੇਰੇ ਰਾਜ ਵਿੱਚ ਮੇਰੇ ਹੁਕਮਾਂ ਦੇ ਮੁਤਾਬਕ ਚੱਲਦਾ ਹੈ ਉਹ ਸੁਲਤਾਨ ਹੋ ਜਾਂਦਾ ਹੈ, ਉਹਦੇ ਕੋਲ ਮੋਤੀਆਂ ਦੇ ਮਹਿਲ ਆ ਜਾਂਦੇ ਨੇ, ਉਹਦੇ ਕੋਲ ਸ਼ਾਹੀ ਫੌਜਾਂ ਆ ਜਾਂਦੀਆਂ, ਮੈਂ ਉਹਦੀ ਜੈ ਜੈਕਾਰ ਕਰਾ ਦਿੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਲਯੁਗ ਨੂੰ ਕਿ ਇੱਕ ਗੱਲ ਚੇਤੇ ਰੱਖੀ, ਰੱਬ ਦੀ ਦਰਗਾਹ ਦੇ ਵਿੱਚ ਨਾ ਮਹਿਲ ਨਾਲ ਜਾਣੇ ਨੇ, ਨਾ ਸੁਲਤਾਨਪੁਣਾ ਨਾਲ ਜਾਣਾ, ਨਾ ਸ਼ਾਹੀ ਫੌਜਾਂ ਨਾਲ ਜਾਣੀ ਹੈ। ਜੇ ਉੱਥੇ ਨਾਲ ਜਾਣਾ ਤੇ ਪ੍ਰਮਾਤਮਾ ਦੇ ਨਾਮ ਨੇ ਨਾਲ ਜਾਣਾ, ਬੰਦੇ ਦੇ ਕੀਤੇ ਚੰਗੇ ਕਰਮਾਂ ਨੇ ਨਾਲ ਜਾਣਾ। ਕਲਯੁਗ ਨੂੰ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਸੁਣਾਇਆ, ਭਾਈ ਮਰਦਾਨੇ ਨੇ ਰਬਾਬ ਵਜਾਈ ਕਿ ਮੋਤੀ ਤਾਂ ਮੰਦਰ ਊਸਰੇ ਰਤਨੀ ਤਾਂ ਹੋਏ ਜੜਾਓ। ਸੱਚੇ ਪਾਤਸ਼ਾਹ ਨੇ ਜਦੋਂ ਮਿੱਠੀ ਬਾਣੀ ਉਚਾਰਨ ਕੀਤੀ, ਕਲਯੁਗ ਵੀ ਠਠੰਬਰ ਗਿਆ ਤੇ ਕਹਿਣ ਲੱਗੇ, ਕਲਯੁਗ ਨੇ ਉਸ ਵਕਤ ਆਪਣੇ ਤਨ ਦੇ ਉੱਤੇ ਇੱਕ ਚਾਦਰ ਓੜੀ ਹੋਈ ਸੀ ਖਾਲਸਾ ਜੀ, ਤੇ ਉਸ ਚਾਦਰ ਦੇ ਵਿੱਚ ਛੇਕ ਵੀ ਸਨ। ਤੇ ਭਾਈ ਮਰਦਾਨਾ ਜੀ ਨੇ ਸੁਭਾਵਕ ਹੀ ਪੁੱਛ ਲਿਆ, ਕਹਿਣ ਲੱਗੇ ਉਸ ਤਰ੍ਹਾਂ ਤੇ ਕਲਯੁਗ ਕਹਿੰਦਾ ਮੇਰੇ ਕੋਲ ਮੋਤੀਆਂ ਦੇ ਮਹਿਲ ਨੇ, ਮੈਂ ਸੁਲਤਾਨ ਬਣਾ ਦਿੰਦਾ, ਸ਼ਾਹੀ ਫੌਜਾਂ ਵੀ ਦੇ ਦਿੰਦਾ, ਪਰ ਇਸ ਕਲਯੁਗ ਦੇ ਤਨ ਦੇ ਉੱਤੇ ਚਾਦਰ ਹੈ ਤੇ ਚਾਦਰ ਪਾਟੀ ਕਿਉਂ ਹੈ? ਕਲਯੁਗ ਕਹਿਣ ਲੱਗਾ ਇਹ ਚਾਦਰ ਆਲਸ ਦੀ ਚਾਦਰ ਹੈ। ਜਦੋਂ ਸਵੇਰ ਹੁੰਦੀ ਹੈ, ਅੰਮ੍ਰਿਤ ਵੇਲਾ ਹੁੰਦਾ ਹੈ ਨਾ, ਤੇ ਮੈਂ ਇਹ ਚਾਦਰ ਸਾਰੀ ਦੁਨੀਆ ਤੇ ਪਾ ਦੇਣਾ। ਉਹ ਮੈਂ ਇਸ ਕਰਕੇ ਪਾਉਣਾ ਕਿ ਅੰਮ੍ਰਿਤ ਵੇਲੇ ਉੱਠ ਕੇ ਕੋਈ ਰੱਬ ਦੀ ਭਗਤੀ ਨਾ ਕਰੇ, ਰੱਬ ਦੀ ਬੰਦਗੀ ਨਾ ਕਰੇ, ਨਿਤਨੇਮ ਨਾ ਕਰੇ। ਕਲਯੁਗ ਕਹਿਣ ਲੱਗਾ ਮੈਂ ਇਸ ਕਰਕੇ ਇਹ ਆਲਸ ਦੀ ਚਾਦਰ ਸਾਰਿਆਂ ਦੇ ਉੱਤੇ ਪਾ ਦੇਣਾ। ਭਾਈ ਸਾਹਿਬ ਨੇ ਕਿਹਾ ਛੇਕ ਕਿਉਂ ਨੇ? ਕਹਿਣ ਲੱਗਾ ਮੈਂ ਕੀ ਕਰਾਂ, ਜਿਹੜੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਗੁਰਸਿੱਖ ਨੇ ਉਹ ਮੇਰੀ ਆਲਸ ਦੀ ਚਾਦਰ ਦੇ ਵਿੱਚ ਛੇਕ ਕਰਕੇ ਵੀ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਂਦੇ ਨੇ। ਇਹ ਕਾਰਨ ਹੈ ਵੀ ਜਦੋਂ ਅੰਮ੍ਰਿਤ ਵੇਲਾ ਹੁੰਦਾ ਬੰਦੇ ਨੂੰ ਨੀਂਦ ਜ਼ਿਆਦੀ ਆਉਂਦੀ ਹੈ, ਪਰ ਜਿਹਦਾ ਗੁਰੂ ਨਾਨਕ ਦੇ ਚਰਨਾਂ ਨਾਲ ਪਿਆਰ ਹੁੰਦਾ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨਾਲ ਪਿਆਰ ਹੁੰਦਾ ਹੈ ਖਾਲਸਾ ਜੀ, ਉਹ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਨਾਲ ਪਿਆਰ ਜ਼ਰੂਰ ਕਰਦਾ ਹੈ, ਜਪਜੀ ਸਾਹਿਬ ਜ਼ਰੂਰ ਪੜ੍ਹਦਾ ਹੈ। ਮੈਂ ਬਾਰ-ਬਾਰ ਬੇਨਤੀ ਕਰਦਾ ਕਿ ਬਾਣੀ ਨਾਲ ਪਿਆਰ ਕਰਾਂਗੇ ਤੇ ਗੁਰੂ ਨਾਲ ਪਿਆਰ ਵਧੇਗਾ। ਜੇ ਬਾਣੀ ਤੋਂ ਟੁੱਟਾਂਗੇ ਤੇ ਗੁਰੂ ਨਾਲ ਪਿਆਰ ਨਹੀਂ ਵਧਣਾ। ਸਾਡੇ ਪੂਰਵਜਾਂ ਦਾ ਬਾਣੀ ਨਾਲ ਕਿੰਨਾ ਕੇ ਪਿਆਰ ਹੋਵੇਗਾ, ਸਾਨੂੰ ਸੂਈ ਚੁੱਭ ਜਾਵੇ, ਸਾਡੇ ਮੁਖ ਤੋਂ ਹਾਏ ਨਿਕਲਦਾ, ਪਰ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ, ਪਰ ਕਿੰਨਾ ਪਿਆਰ ਸੀ ਜਪਜੀ ਸਾਹਿਬ ਦੇ ਪਾਠ ਨਾਲ ਕਿ ਜਪਜੀ ਸਾਹਿਬ ਦਾ ਪਾਠ ਨਹੀਂ ਭੁੱਲੇ। ਖਾਲਸਾ ਜੀ, ਭਾਈ ਮਤੀ ਦਾਸ ਜੇ ਸੀਸ ਤੇ ਆਰਾ ਫਿਰ ਗਿਆ, ਪਰ ਫਿਰ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਭੁੱਲੇ। ਕਿੰਨਾ ਕਿ ਪਿਆਰ ਹੋਵੇਗਾ ਜਪਜੀ ਸਾਹਿਬ ਦੇ ਪਾਠ ਨਾਲ। ਭਾਈ ਤਾਰੂ ਸਿੰਘ ਜੀ ਦਾ ਖੋਪੜ ਲੈ ਗਿਆ ਖਾਲਸਾ ਜੀ, ਪਰ ਫਿਰ ਵੀ ਖੋਪੜ ਲੈਣ ਤੋਂ ਬਾਅਦ 21 ਦਿਨ ਸ਼ਰੀਰ ਕਰਕੇ ਜੀਵਤ ਰਹੇ। ਵੈਸੇ ਸ਼ਹੀਦ ਸਦਾ ਜਿਉਂਦੇ ਨੇ, 21 ਦਿਨ ਸ਼ਰੀਰ ਕਰਕੇ ਜੀਵਤ ਰਹੇ, ਪਰ 21 ਦਿਨ ਲਗਾਤਾਰ ਜਪਜੀ ਸਾਹਿਬ ਦਾ ਪਾਠ ਨਹੀਂ ਭੁੱਲਿਆ। ਕਿੰਨਾ ਕਿ ਪਿਆਰ ਹੋਵੇਗਾ ਜਪਜੀ ਸਾਹਿਬ ਦੇ ਪਾਠ ਦੇ ਨਾਲ। ਸੋ ਅਰਦਾਸ ਕਰੀਏ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਕਿ ਪਾਤਸ਼ਾਹ ਕਿਰਪਾ ਕਰੋ, ਸਾਨੂੰ ਬਾਣੀ ਪੜ੍ਹਨ ਦੀ ਦਾਤ ਦਿਓ, ਬੰਦਗੀ ਕਰਨ ਦੀ ਦਾਤ ਦਿਓ, ਇਬਾਦਤ ਕਰਨ ਦੀ ਦਾਤ ਦਿਓ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਲਯੁਗ ਦਾ ਸੁਭਾਅ ਹੈ ਪਾਪ ਫੈਲਾਉਣਾ, ਪਾਪ ਵਧਾਉਣਾ,
ਪਰ ਗੁਰੂ ਨਾਨਕ ਸਾਹਿਬ ਦਾ ਸੁਭਾਅ ਹੈ ਪਾਪੀਆਂ ਨੂੰ ਵੀ ਤਾਰ ਕੇ, ਪਾਪੀਆਂ ਨੂੰ ਵੀ ਦੇਵਤਾ ਬਣਾ ਕੇ ਭਵਸਾਗਰ ਤਰਾ ਦੇਣਾ। ਕਲੂ ਚਹਿ ਪਾਪੀ ਡੁੱਬ ਜਾਏ। ਹੁਣ ਕਹਿੰਦੇ ਕਲਯੁਗ ਤੇ ਚਾਹੁੰਦਾ ਵੀ ਜਿਹੜੇ ਵਿਕਾਰੀ ਨੇ, ਵਾਸ਼ਨਾ ਵਾਲੇ ਨੇ, ਜਿਹੜੇ ਮਾੜੇ ਕਰਮ ਕਰਦੇ ਨੇ, ਉਹ ਡੁੱਬ ਜਾਣ, ਉਹ ਨਰਕਾਂ ਵਿੱਚ ਚਲੇ ਜਾਣ। ਬਾਬਾ ਚਹਿ ਉਨ ਪਾਰ ਲੰਗਾਏ। ਪਰ ਗੁਰੂ ਨਾਨਕ ਸਾਹਿਬ ਦਾ ਸੁਭਾਅ ਇੰਨਾ ਬਖਸ਼ਿੰਦਾ ਕਿ ਬਾਬਾ ਪਾਪੀਆਂ ਨਾਲ ਵੀ ਵਿਤਕਰਾ ਨਹੀਂ ਕਰਦਾ, ਉਹਨਾਂ ਨੂੰ ਵੀ ਖਾਲਸਾ ਜੀ ਆਪਣੀ ਗੋਦ ਵਿੱਚ ਬਿਠਾ ਕੇ ਭਵਸਾਗਰ ਤਰਾ ਦਿੰਦਾ। ਇਹ ਸੱਚ ਹੈ ਕਿ ਬੁਰਿਆਂ ਨਾਲ ਬੁਰਿਆਈ ਕਰਨੀ, ਸਾਰਾ ਜੱਗ ਵਖਾਣੇ, ਪਰ ਬੁਰਿਆਂ ਨਾਲ ਭਲਾਈ ਕਰਨੀ ਗੁਰੂ ਨਾਨਕ ਇੰਜ ਵਖਾਣੇ। ਮਾੜੇ ਬੰਦੇ ਨਾਲ ਮਾੜਾ ਹੋ ਜਾਣਾ ਇਹ ਹਰ ਇੱਕ ਬੰਦਾ ਕਹਿੰਦਾ ਹੈ, ਪਰ ਮਾੜੇ ਬੰਦੇ ਨਾਲ ਚੰਗਾ ਹੋ ਜਾਣਾ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਹੈ। ਇਹ ਕਾਰਨ ਹੈ ਕਿ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ, ਵੈਰੀਆਂ ਨੂੰ ਵੀ ਜਲ ਛਕਾਉਂਦੇ ਨੇ। ਸੋ ਕਲਯੁਗ ਚਾਹੁੰਦਾ ਹੈ ਪਾਪੀ ਲੋਕ, ਵਾਸ਼ਨਾ ਵਾਲੇ, ਵਿਕਾਰੀ ਪੁਰਸ਼ ਡੁੱਬ ਜਾਣ, ਖਤਮ ਹੋ ਜਾਣ। ਪਰ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਨਿਗਾਹ ਜਦੋਂ ਪਾਪੀਆਂ ਵੱਲ ਹੁੰਦੀ ਹੈ, ਉਹਨਾਂ ਦੇ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਖਾਲਸਾ ਜੀ ਨਾਮ ਦੇ ਰੰਗ ਦੇ ਨਾਲ ਪਾਪਾਂ ਦੀ ਮੈਲ ਧੁੱਪ ਜਾਂਦੀ ਹੈ। ਬਾਬਾ ਆਪਣੀ ਛੜੈ ਨਾ ਬਾਣ। ਕਹਿੰਦੇ ਗੁਰੂ ਸਾਹਿਬ ਆਪਣਾ ਸੁਭਾਵ ਨਹੀਂ ਛੱਡਦੇ। ਬਾਣ ਤੋਂ ਭਾਵ ਹੈ ਆਪਣੀ ਸੁਭਾਵ ਨੂੰ ਨਹੀਂ ਛੱਡਦੇ। ਇਹ ਗੁਰੂ ਨਾਨਕ ਸਾਹਿਬ ਦਾ ਸੁਭਾਵ ਹੈ, ਸੱਚ ਹੈ। ਸੱਚੇ ਪਾਤਸ਼ਾਹ ਦਾ ਸੁਭਾਵ ਹੈ ਬਖਸ਼ਣਾ, ਤੇ ਸਾਡਾ ਸੁਭਾਵ ਹੈ ਨਿਤ ਭੁੱਲਾਂ ਕਰਨੀਆਂ। ਅਸੀਂ ਨਿਤ ਭੁੱਲਾਂ ਕਰਦੇ ਆਂ, ਨਿਤ ਗਲਤੀਆਂ ਕਰਦੇ ਆਂ, ਪਰ ਵੇਖੋ ਕਿੰਨੀਆਂ ਕਿ ਗਲਤੀਆਂ ਦਿਨ ਵਿੱਚ ਭੁੱਲਾਂ ਕਰ ਜਾਂਦੇ ਆ, ਸਾਨੂੰ ਪਤਾ ਵੀ ਨਹੀਂ ਹੁੰਦਾ, ਤੇ ਗੁਰੂ ਬਾਬਾ ਸਾਨੂੰ ਬਿਨਾਂ ਜਤਾਏ ਸਾਡੀਆਂ ਭੁੱਲਾਂ ਬਖਸ਼ੀ ਜਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਤੂੰ ਰਾਜ਼ ਰੋਜ਼ੀ ਦੇ ਹੋ ਦਸਤਗੀਰ, ਕਰੀਮੇ ਖਤਾ ਬਖਸ਼ ਦਾਨਸ ਪਜ਼ੀਰ। ਕਹਿੰਦੇ ਪਰਮਾਤਮਾ ਕੇਵਲ ਰੋਜ਼ੀ ਨਹੀਂ ਦਿੰਦਾ, ਪਰਮਾਤਮਾ ਜਿੱਥੇ ਰੋਜ਼ੀ ਦਿੰਦਾ ਹੈ, ਰਿਜ਼ਕ ਦਿੰਦਾ ਹੈ, ਪਹਿਨਣ ਵਾਸਤੇ ਵਸਤਰ ਕੱਪੜੇ ਦਿੰਦਾ ਹੈ, ਛਕਣ ਵਾਸਤੇ ਭੋਜਨ ਦਿੰਦਾ ਹੈ, ਉੱਥੇ ਪਰਮਾਤਮਾ ਸਾਡੀਆਂ ਭੁੱਲਾਂ ਬਖਸ਼ਦਾ ਹੈ, ਗਲਤੀਆਂ ਨੂੰ ਮੁਆਫ ਕਰਦਾ ਹੈ। ਤੇ ਕਹਿੰਦੇ ਭੁੱਲਾਂ ਬਖਸ਼ ਕੇ ਛੱਡ ਨਹੀਂ ਦਿੰਦਾ, ਬਲਕਿ ਭੁੱਲਾਂ ਬਖਸ਼ ਕੇ ਗੁਰਸਿੱਖ ਦੀ ਬਾਹ ਪਕੜ ਕੇ ਇਸ ਕਲਯੁਗ ਭਵ ਸਾਗਰ ਤੋਂ ਪਾਰ ਲੰਘਾ ਦਿੰਦਾ ਹੈ। ਕਿੰਨਾ ਦਿਆਲੂ ਹੈ ਸਤਿਗੁਰੂ। ਐਸੇ ਸਤਿਗੁਰੂ ਦੇ ਚਰਨਾਂ ਤੋਂ ਬਾਰ-ਬਾਰ ਕੁਰਬਾਨੇ ਜਾਈਏ ਖਾਲਸਾ ਜੀ, ਕਿ ਇੰਨੀਆਂ ਭੁੱਲਾਂ ਕਰਨ ਦੇ ਬਾਵਜੂਦ ਵੀ ਸਤਿਗੁਰੂ ਸੱਚੇ ਪਾਤਸ਼ਾਹ ਖਾਲਸਾ ਜੀ ਕਲਾਵੇ ਵਿੱਚ ਲੈ ਕੇ ਕਹਿੰਦੇ ਨੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਚਨ ਹੈ, ਜਿਉ ਜਨਨੀ ਸੁਤ ਪਾਲਤੀ ਰਾਖੈ ਨਦਰ ਮਝਾਰ। ਕਹਿੰਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਰੱਬ ਹਜ਼ਾਰ ਲੱਖਾਂ ਕਰੋੜਾਂ ਮਾਵਾਂ ਦੇ ਪਿਆਰ ਤੋਂ ਵੀ ਵੱਧ ਪਿਆਰ ਆਪਣੇ ਪਿਆਰਿਆਂ ਨੂੰ ਕਰਦਾ ਹੈ। ਪਰਮਾਤਮਾ ਦਾ ਪਿਆਰ ਬਹੁਤ ਮਹਾਨ ਹੈ, ਕਿਉਂਕਿ ਬੱਚਾ ਆਪਣੇ ਮਾਪਿਓ ਦੀ ਗੱਲ ਨਾ ਮੰਨੇ ਤੇ ਇੱਕ ਵਾਰ ਮਾਪਿਓ ਵੀ ਧੱਕ ਦਿੰਦਾ ਹੈ, ਬੇਦਖਲ ਕਰ ਦਿੰਦਾ ਹੈ। ਪਰ ਇਹ ਸਤਿਗੁਰੂ ਤੇ ਏਡਾ ਬਖਸ਼ਿੰਦ ਹੈ, ਕੋਈ ਬਾਹਰੋਂ ਗਲਤੀ ਕਰਕੇ ਅੰਦਰ ਆ ਜਾਵੇ ਤੇ ਸਤਿਗੁਰੂ ਨੂੰ ਕਵੇ ਕਿ ਪਾਤਸ਼ਾਹ ਮੇਰੀਆਂ ਭੁੱਲਾਂ ਬਖਸ਼ ਦੇ, ਅਸੀਂ ਖੱਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋਂ ਪਾਪੀ ਵੱਡ ਗੁਨੇਗਾਰ। ਤੇ ਬਾਬਾ ਫਿਰ ਵੀ ਹੱਸ ਕੇ ਕਹਿ ਦਿੰਦਾ, ਆਗੇ ਸਮਝ ਚਲੋ ਨੰਦ ਲਾਲਾ ਪਾਤਸ਼ਾਹ, ਜੋ ਬੀਤੀ ਸੋ ਬੀਤੀ, ਕੋਈ ਗੱਲ ਨਹੀਂ, ਤੂੰ ਅੱਗੇ ਅਗਾਹਾਂ ਕੂ ਤਰਾਗ, ਪਿਛਾਂ ਫੇਰ ਨਾ ਮੋਢੜਾ, ਤੂੰ ਆਪਣਾ ਅੱਗਾ ਸਵਾਰਨਾ ਸ਼ੁਰੂ ਕਰ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਸੁਭਾਵ ਨਹੀਂ ਛੱਡਦੇ, ਹਰ ਇੱਕ ਦਾ ਭਲਾ ਕਰਦੇ ਨੇ। ਤਾਰਿਓ ਚਾਹੇ ਸਗਲ ਜਹਾਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਾਹੁੰਦੇ ਨੇ ਮੈਂ ਸਾਰੇ ਸੰਸਾਰ ਨੂੰ ਤਾਰ ਦਿਆਂ। ਸੱਚ ਹੈ, ਜਿਹੜਾ ਗੁਰੂ ਨਾਨਕ ਦਾ ਹੋ ਜਾਂਦਾ ਹੈ ਖਾਲਸਾ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਰਨ ਦੇ ਵਿੱਚ ਇੱਕ ਖਿੰਨ ਵੀ ਨਹੀਂ ਲਾਉਂਦੇ। ਕੋਡਾ ਰਾਕਸ਼ ਗੁਰੂ ਨਾਨਕ ਦੇ ਚਰਨਾਂ ਤੇ ਢਹਿ ਗਿਆ, ਸੱਚੇ ਪਾਤਸ਼ਾਹ ਨੇ ਤਾਰ ਦਿੱਤਾ।
ਜਿਹੜਾ ਵੀ ਗੁਰੂ ਨਾਨਕ ਦੇ ਚਰਨਾਂ ਤੇ ਆ ਕੇ ਝੁਕਿਆ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਧੰਨ ਕਿਹਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਨਾਂ ਕਿਸੇ ਦੇਰੀ ਤੋਂ ਉਹਦੀ ਝੋਲੀ ਵਿੱਚ ਦਾਤ ਪਾ ਕੇ ਉਹਨੂੰ ਤਾਰਿਆ ਹੈ। ਤੋ ਕਲ ਜੁਗ ਮਨ ਆਇਓ ਰੋਸ। ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਲੋਕਾਂ ਦਾ ਭਲਾ ਕਰ ਰਹੇ ਨੇ ਤੇ ਕਲਯੁਗ ਨੂੰ ਮਨ ਵਿੱਚ ਰੋਸ ਆਉਂਦਾ, ਕ੍ਰੋਧ ਆਉਂਦਾ ਹੈ। ਲਈ ਨਾਨਕ ਮੋਹਿ ਅਦਾਲਤ ਖੋਸ। ਕਿ ਬਾਬੇ ਨਾਨਕ ਨੇ ਤੇ ਮੇਰੀ ਅਦਾਲਤ ਹੀ ਖੋਹ ਲਈ, ਕਿਉਂਕਿ ਕਲਯੁਗੀ ਲੋਕਾਂ ਦਾ ਲੇਖਾ ਜੋਖਾ ਕਰਦਾ ਹੈ ਧਰਮਰਾਜ ਕਲਯੁਗ, ਪਰ ਕਹਿੰਦੇ ਕਲਯੁਗ ਦੀ ਅਦਾਲਤ ਨੂੰ ਗੁਰੂ ਨਾਨਕ ਨੇ ਠੋਕਰ ਮਾਰੀ। ਸੱਚੇ ਪਾਤਸ਼ਾਹ ਨੇ ਕਿਹਾ ਤੂੰ ਰੱਬ ਦਾ ਨਾਮ ਲੈਣ ਲੱਗ ਜਾ, ਤੇਰੇ ਪਿਛਲੇ ਸਾਰੇ ਲੇਖੇ ਜੋਕੇ ਪਾੜ ਕੇ ਰੱਬ ਦੀ ਦਰਗਾਹ ਵਿੱਚ ਤੈਨੂੰ ਪ੍ਰਵਾਹਨ ਕਰਾ ਦਿਆਂਗਾ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਬਸੀਠ ਦਾ ਭਾਵ ਹੈ ਵਕੀਲ। ਕਹਿੰਦੇ ਤੂੰ ਗੁਰੂ ਨਾਨਕ ਦਾ ਹੋ ਜਾ। ਬਾਬਾ ਨਾਨਕ ਖੁਦਾ ਦੀ ਦਰਗਾਹ ਵਿੱਚ, ਰੱਬ ਦੀ ਦਰਗਾਹ ਵਿੱਚ, ਸੱਚਖੰਡ ਦਰਬਾਰ ਵਿੱਚ ਤੇਰਾ ਵਕੀਲ ਬਣ ਕਰਕੇ ਤੇਰੇ ਜ਼ਿੰਦਗੀ ਦੇ ਮੁਕੱਦਮਿਆਂ ਨੂੰ ਜਿੱਤ ਕਰਕੇ ਤੈਨੂੰ ਭਵਸਾਗਰ ਤਰਾ ਦੇਵੇਗਾ। ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ। ਕਲਯੁਗ ਕਹਿੰਦਾ ਮੇਰੀ ਤਾਂ ਅਦਾਲਤ ਹੀ ਗੁਰੂ ਨਾਨਕ ਸਾਹਿਬ ਨੇ ਖੋਹ ਲਈ। ਹਮ ਚਾਹੇ ਨਿਜ ਅਦਲ ਬਹਾਇਆ। ਕਲਯੁਗ ਕਹਿਣ ਲੱਗਾ ਮੈਂ ਤੇ ਚਾਹੁੰਨਾ ਕਿ ਕਲਯੁਗ ਦੇ ਵਿੱਚ ਲੋਕਾਂ ਨੂੰ ਵਕਾਰਾਂ ਵਿੱਚ, ਵਾਸ਼ਨਾਵਾਂ ਦੇ ਵਿੱਚ ਉਲਝਾਵਾਂ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਮੂਲ ਮੰਤਰ ਦੇ ਦਿੱਤਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਜਪਜੀ ਸਾਹਿਬ ਦਾ ਪਾਠ ਦੇ ਦਿੱਤਾ ਹੈ, ਜਿਹੜਾ ਰੋਜ਼ਾਨਾ ਮੂਲ ਮੰਤਰ ਕਰ ਲੈਂਦਾ ਹੈ, ਵਾਹਿਗੁਰੂ ਗੁਰੂ ਮੰਤਰ ਜਪ ਲੈਂਦਾ ਹੈ, ਜਪਜੀ ਸਾਹਿਬ ਦਾ ਪਾਠ ਕਰ ਲੈਂਦਾ ਹੈ, ਉਹਦੇ ਤੇ ਕਲਯੁਗ ਦਾ ਪ੍ਰਭਾਵ ਹੀ ਨਹੀਂ ਪੈਂਦਾ। ਨਾਨਕ ਚਹਿ ਨਿਜ ਧਰਮ ਵਰਤਾਇਆ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਲੀ ਧਰਮ ਦੀ ਪਹਿਚਾਣ ਕਰਾ ਦਿੱਤੀ। ਹਮਰੋ ਉਸ ਕੋ ਮਿਲੈ ਨਾ ਮੇਲ। ਤੇ ਕਲਯੁਗ ਕਹਿੰਦਾ ਮੇਰਾ ਤੇ ਗੁਰੂ ਨਾਨਕ ਦਾ ਕੋਈ ਮੇਲ ਹੀ ਨਹੀਂ ਬਣਦਾ। ਮੇਰਾ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਸਿੱਖਾਂ ਨਾਲ ਕੋਈ ਮੇਲ ਹੀ ਨਹੀਂ ਹੈ। ਭਗਤਾ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਖਾਲਸਾ ਜੀ ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਵੀ ਮੇਲ ਜੋਲ ਰੱਖੇ ਤੇ ਗੁਰੂ ਨਾਨਕ ਨਾਲ ਰੱਖੇ, ਸੰਸਾਰ ਨਾਲ ਘੱਟ ਹੀ ਰੱਖੇ। ਜਦੋਂ ਨਿਤਨੇਮ ਦਾ ਸਮਾਂ ਹੋਵੇ ਫਿਰ ਨਿਤਨੇਮ ਵੱਲ ਧਿਆਨ ਜਾਵੇ, ਨਿਤਨੇਮ ਤੋਂ 1 ਮਿੰਟ ਦੀ ਦੇਰੀ ਵੀ ਨਾ ਕਰੇ। ਜੇ ਅੰਮ੍ਰਿਤ ਵੇਲਾ ਹੈ ਤੇ ਖਾਲਸਾ ਜੀ ਜੇ ਵੱਧ ਨਹੀਂ ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਤਾਂ ਜ਼ਰੂਰ ਕਰੇ, ਪਰ ਦੇਰੀ ਨਾ ਕਰੇ। ਜੇ ਸੰਧਿਆ ਵੇਲਾ ਹੈ, ਭਾਵੇਂ ਕੋਲ ਜਿਤਨਾ ਮਰਜੀ ਪ੍ਰੇਮੀ ਸੱਜਣ, ਕੋਈ ਦੋਸਤ ਰਿਸ਼ਤੇਦਾਰ, ਕੋਈ ਕੰਮਕਾਰ ਹੋਵੇ, ਪਰ ਫਿਰ ਵੀ ਗੁਰੂ ਨਾਲ ਪਿਆਰ ਕਰਦਾ ਹੋਵੇ, ਗੁਰੂ ਨਾਲ ਮੇਲ ਜੋਲ ਕਰੇ ਤੇ ਸੰਧਿਆ ਵੇਲੇ ਰਹਿਰਾਸ ਸਾਹਿਬ ਦਾ ਪਾਠ ਨਾ ਛੱਡੇ। ਸੋ ਕਲਯੁਗ ਦਾ ਤੇ ਗੁਰੂ ਨਾਨਕ ਦਾ ਮੇਲ ਨਹੀਂ, ਕਿਉਂਕਿ ਕਲਯੁਗ ਲੋਕਾਂ ਨੂੰ ਡੁਬਾਉਂਦਾ ਹੈ ਤੇ ਬਾਬਾ ਨਾਨਕ ਡੁੱਬਦਿਆਂ ਹੋਇਆਂ ਨੂੰ ਵੀ ਤਾਰਦਾ ਹੈ। ਕਲਯੁਗ ਯੋ ਆਇਓ ਮਨ ਖੇਲ। ਕਹਿੰਦੇ ਇਸ ਤਰ੍ਹਾਂ ਦੇ ਫੁਰਨੇ ਕਲਯੁਗ ਦੇ ਮਨ ਵਿੱਚ ਆਉਂਦੇ ਨੇ। ਹੋਏ ਸੋ ਕਥਾ ਜਿਸ ਸੁਣ ਨਾ ਲੋਰ। ਕਹਿੰਦੇ ਉਹ ਸਾਰੀ ਕਥਾ ਝਲਕ ਮਾਤਰ ਮੈਂ ਦੱਸੀ ਹੈ। ਜੇ ਇਸ ਤੋਂ ਵੱਧ ਵਿਸਥਾਰ ਪੂਰਵਕ ਪੜ੍ਹਨਾ ਹੋਵੇ ਤਾਂ ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਪੜ੍ਹਿਆ ਜਾ ਸਕਦਾ ਹੈ। ਲੈ ਵੇਖ ਵੈ ਪੁਸਤਕ ਹੋਰ। ਭਾਈ ਰਤਨ ਸਿੰਘ ਭੰਗੂ ਕਹਿੰਦੇ ਸਿੱਖ ਆਪਣੀ ਰੁਚੀ ਗੁਰ ਇਤਿਹਾਸ ਦੀਆਂ ਸਾਹਿਤ ਨੂੰ ਪੜਨ ਵੱਲ ਵਧਾਵੇ। ਭਾਵ ਗੁਰੂ ਕਾ ਸਿੱਖ ਜਿੱਥੇ ਸਾਰਾ ਸਮਾਂ ਸੰਸਾਰ ਦੇ ਕਾਰ ਵਿਹਾਰ ਦੇ ਵਿੱਚ ਵਿਅਰਥ ਗਵਾ ਰਿਹਾ ਹੈ, ਉੱਥੇ ਥੋੜਾ ਜਿਹਾ ਸਮਾਂ ਆਪਣੇ ਗੁਰੂ ਨਾਨਕ ਸਾਹਿਬ ਦੇ, ਗੁਰੂ ਸਾਹਿਬਾਨਾਂ ਦੇ ਸਾਖੀਆਂ ਨੂੰ ਤੇ ਗੁਰੂ ਸਾਹਿਬਾਨਾਂ ਦੇ ਸਿੱਖਾਂ ਦੇ ਇਤਿਹਾਸ ਨੂੰ ਪੜਨ ਵੱਲ ਗੁਰੂ ਕਾ ਸਿੱਖ ਆਪਣੀ ਰੁਚੀ ਵਧਾਵੇ। ਦੋਹਰਾ ਫਿਰ ਸਤਿਗੁਰੂ ਦਖਣ ਦਿਸੇ, ਤੁਰੇ ਸੋ ਕਰਨੈ ਸੈਲ। ਸੋ ਸੱਚੇ ਪਾਤਸ਼ਾਹ ਜੀ ਹੁਣ ਦੱਖਣ ਦੇਸ਼ ਨੂੰ ਤਾਰਨ ਵਾਸਤੇ, ਦੱਖਣ ਦੇਸ਼ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਤੁਰਦੇ ਨੇ। ਸ਼ਬਦ ਸਾਖੀ ਕੋ ਪੜਨ ਕੋ, ਮਰਦਾਨਾ ਕਰ ਲਿਓ ਗੈਲ। ਕਹਿੰਦੇ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਉਦਾਸੀ ਦੇ ਵਿੱਚ ਵੀ ਨਾਲ ਰੱਖਿਆ। ਚੌਪਈ ਜਹਾਂ ਜਹਾਂ ਦੇਵਲ ਤੀਰਥ ਦੇਖੇ। ਕਹਿੰਦੇ ਜਿਸ ਜਿਸ ਥਾਂ ਦੇ ਉੱਤੇ ਤੀਰਥ ਸਨ ਪੁਰਾਤਨ ਸਮੇਂ ਦੇ, ਭਾਵੇਂ ਹਰਿਦੁਆਰ ਸੀ, ਬਨਾਰਸ ਸੀ, ਕਾਸ਼ੀ ਸੀ,
ਰਿਸ਼ੀਕੇਸ਼ ਸੀ ਖਾਲਸਾ ਜੀ, ਬਦਰੀਨਾਥ ਸੀ, ਜਗਨਨਾਥਪੁਰੀ ਸੀ। ਜਿਤਨੇ ਵੀ ਤੀਰਥਾਂ ਦੇ ਉੱਤੇ ਲੋਕਾਂ ਦਾ ਇਕੱਠ ਇਕੱਠਾ ਹੁੰਦਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਉਹਨਾਂ ਥਾਵਾਂ ਤੇ ਜਾ ਕਰਕੇ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦਿੰਦੇ ਨੇ। ਸਭ ਥਾਂ ਭ੍ਰਿਸ਼ਟ ਤੁਰਕਨ ਕੀਏ ਭੇਖੇ। ਕਹਿੰਦੇ ਪੁਰਾਤਨ ਸਮਿਆਂ ਦੇ ਵਿੱਚ ਇੰਨਾ ਕਿ ਪੁਰਾਣੇ ਕਾਲ ਦੇ ਵਿੱਚ ਐਸਾ ਦਸ਼ਾ ਭਾਰਤ ਦੇਸ਼ ਦੀ ਹੋ ਗਈ ਕਿ ਸਨਾਤਨ ਮਤ ਦੇ ਜੋ ਧਾਰਮਿਕ ਸਥਾਨ ਸਨ, ਉਹਨਾਂ ਦੇ ਉੱਤੇ ਗਾਵਾਂ ਦਾ ਮਾਸ ਵੱਢ ਕਰਕੇ ਖਾਲਸਾ ਜੀ ਉਹਨਾਂ ਦੇ ਧਾਰਮਿਕ ਅਸਥਾਨਾਂ ਦੀ ਮਰਿਆਦਾਵਾਂ ਨੂੰ ਮੁਗਲ ਹਕੂਮਤ ਭੰਗ ਕਰਨ ਲੱਗ ਪਈ। ਦੇਵਲ ਟਾਹੇ ਮਸੀਤੇ ਮਦ ਕਰੀ। ਕਹਿੰਦੇ ਮੰਦਰਾਂ ਨੂੰ ਢਾ ਢਾ ਕੇ ਮਸੀਤਾਂ ਉਸਾਰਨ ਲੱਗ ਪਏ। ਮੂਰਤ ਮਦ ਕਰ ਨਕਟੀ ਧਰੀ। ਤੇ ਕਹਿੰਦੇ ਨੱਕ ਵੱਡੀਆਂ ਪੱਥਰ ਦੀਆਂ ਮੂਰਤੀਆਂ ਬਣਾ ਕਰਕੇ ਕਿਸੇ ਧਰਮ ਦੀ ਬੇਅਦਬੀ ਕਰਨ ਵਾਸਤੇ ਉਸ ਥਾਂ ਤੇ ਰੱਖ ਦੇਣੀ ਕਰਦੇ ਸਨ। ਯੋ ਬਾਬੇ ਦੇਖ ਸ਼ਬਦ ਉਚਾਰਿਓ। ਤਾਂ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਕਿਸੇ ਦੇ ਧਰਮ ਨੂੰ ਨੀਵਾਂ ਵਿਖਾਉਣ ਵਾਲੀਆਂ ਹਰਕਤਾਂ ਨੂੰ ਵੇਖਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵਕਤ ਇੱਕ ਸ਼ਬਦ ਉਚਾਰਨ ਕੀਤਾ। ਮੋਹ ਮਾਇਆ ਪੁਸਤਕ ਲਿਖ ਧਾਰਿਓ। ਉਹ ਸ਼ਬਦ ਭਾਈ ਰਤਨ ਸਿੰਘ ਭੰਗੂ ਇਸ ਗ੍ਰੰਥ ਵਿੱਚ ਲਿਖ ਰਹੇ ਨੇ। ਖੁਰਾਸਾਨ ਖਸਮਨਾ ਕੀਆ ਹਿੰਦੁਸਤਾਨ ਟਰਾਇਆ। ਭਾਈ ਰਤਨ ਸਿੰਘ ਭੰਗੂ ਨੇ ਸ਼ਬਦ ਉਚਾਰਿਆ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਤੋਂ ਭਾਵ ਅਰਬ ਦੇਸ਼ ਤੋਂ ਆਏ ਹੋਏ, ਅਫਗਾਨਿਸਤਾਨ ਤੋਂ ਆਏ ਹੋਏ ਮੁਗਲਾਂ ਨੇ ਆ ਕਰਕੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਇੱਕ ਮਜ਼ਹਬ ਨੂੰ ਨੀਵਾਂ ਵਿਖਾ ਕਰਕੇ ਉਹਨਾਂ ਲੋਕਾਂ ਨੂੰ ਡਰਾਉਣਾ ਕੀਤਾ ਹੈ। ਕੋਈ ਮੁਗਲ ਨਾ ਹੋਵਾ ਅੰਦਾ ਕਿਨੈ ਨਾ ਪਰਚਾ ਲਾਇਆ। ਕਹਿੰਦੇ ਕਿਸੇ ਵੀ ਮੁਗਲ ਹਕੂਮਤ ਨੇ ਇਹ ਨਹੀਂ ਵੇਖਿਆ ਕਿ ਮੈਂ ਕਿਸੇ ਦੇ ਧਰਮ ਨੂੰ ਨੀਵਾਂ ਵਿਖਾ ਕਰਕੇ ਸੱਚਾ ਨਹੀਂ ਹੋ ਸਕਦਾ। ਸੱਚ ਹੈ ਖਾਲਸਾ ਜੀ, ਧਰਮ ਲੋਕਾਂ ਨਾਲ ਪਿਆਰ ਕਰਨਾ ਸਿਖਾਉਂਦਾ ਹੈ, ਧਰਮ ਈਰਖਾ ਕਰਨੀ ਨਹੀਂ ਸਿਖਾਉਂਦਾ, ਧਰਮ ਵਿਤਕਰਾ ਕਰਨਾ ਨਹੀਂ ਸਿਖਾਉਂਦਾ। ਤਾਂ ਹੀ ਕਰਕੇ ਗੁਰੂ ਅਰਜਨ ਦੇਵ ਜੀ ਨੇ ਧਰਮ ਦੀ ਵਿਆਖਿਆ ਦੱਸੀ, ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਿ ਧਰਮ ਪਹਿਰਾਵੇ ਦਾ ਨਾਮ ਨਹੀਂ, ਧਰਮ ਮੁਹੱਬਤ ਦਾ ਨਾਮ ਹੈ, ਦਇਆ ਦਾ ਨਾਮ ਹੈ। ਧਰਮ ਅਸਲ ਵਿੱਚ ਉਹ ਹੈ ਜਦੋਂ ਬੰਦਾ ਮਾੜੇ ਕਰਮਾਂ ਨੂੰ ਛੱਡ ਦਿੰਦਾ ਹੈ ਤੇ ਚੰਗੇ ਕਰਮ ਕਰਨ ਲੱਗ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਕਿਸੇ ਦੇ ਧਰਮ ਨੂੰ ਨੀਵਾਂ ਵਿਖਾ ਕਰਕੇ ਕੋਈ ਵਿਅਕਤੀ ਆਪਣੇ ਧਰਮ ਨੂੰ ਉੱਚਾ ਨਹੀਂ ਚੁੱਕ ਸਕਦਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ, ਤੁਮੇ ਤੁਮਾਰਾ ਖੂਬ ਤੇ ਹਮੇ ਹਮਾਰਾ ਖੂਬ। ਖਾਲਸਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਕਿਸੇ ਵੀ ਧਰਮ ਦੇ ਉੱਤੇ, ਮਜ਼ਹਬ ਦੇ ਉੱਤੇ ਅਤਿਆਚਾਰ ਨਹੀਂ ਸਨ ਸਹਿੰਦੇ। ਇਸੇ ਕਰਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸੀ। ਸੋ ਅੱਜ ਵੀ ਸਿੱਖਾਂ ਦੇ ਜੀਵਨ ਵਿੱਚ ਇਹ ਨੇਮ ਹੋਣਾ ਚਾਹੀਦਾ ਹੈ ਕਿ ਕਿਸੇ ਦੇ ਧਰਮ ਦੀ ਨਾ ਨਿੰਦਿਆ ਕਰਨੀ ਚਾਹੀਦੀ ਹੈ, ਨਾ ਕਿਸੇ ਦੇ ਮਜ਼ਹਬ ਨੂੰ, ਕਿਸੇ ਦੇ ਧਰਮ ਨੂੰ ਨੀਵਾਂ ਵਿਖਾਉਣਾ ਚਾਹੀਦਾ ਹੈ, ਬਲਕਿ ਆਪਣੇ ਮਜ਼ਹਬ ਦੀ, ਆਪਣੇ ਧਰਮ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਹੀ ਹਰ ਇੱਕ ਵਿਅਕਤੀ ਨੂੰ ਦੱਸਣੀ ਚਾਹੀਦੀ ਹੈ। ਸੋਰਠਾ ਕਲਯੁਗ ਛੋੜਿਓ ਨਾਹੇ ਕਿਸੂ ਦੇਵਤ ਮਦ ਬਲ। ਕਹਿੰਦੇ ਕਲਯੁਗ ਜਿਹੜਾ ਨਾ ਉਹ ਕਿਸੇ ਦੇਵੀ ਦੇਵਤੇ, ਸਿੱਧ ਪੀਰ ਫਕੀਰ ਦੇ ਵਿੱਚ ਉਹਨਾਂ ਦੀ ਤਾਕਤ ਰਹਿਣ ਨਹੀਂ ਦਿੰਦੀ। ਇਹ ਸੱਚ ਹੈ। ਕਲਯੁਗ ਦੇ ਵਿੱਚ ਤਪੱਸਿਆ ਕਰਨੀ, ਭਗਤੀ ਕਰਨੀ ਬੜੀ ਕਠਿਨ ਹੈ। ਕਿਉਂਕਿ ਆਪਾਂ ਨੂੰ ਇਤਿਹਾਸ ਵਿੱਚ ਪੜ੍ਹਨ ਵਿੱਚ ਮਿਲਦਾ ਹੈ ਕਿ ਜਿਹੜੇ ਸਿੱਧ ਪੀਰ ਫਕੀਰ ਘਰ-ਬਾਰ ਦਾ ਤਿਆਗ ਕਰਕੇ ਜਾਂਦੇ ਸੀ ਤਾਂ ਕਲਯੁਗ ਕੋਈ ਨਾ ਕੋਈ ਰੂਪ ਧਾਰਨ ਕਰਕੇ ਖਾਲਸਾ ਜੀ ਉਹਨਾਂ ਦੇ ਧਰਮ ਨੂੰ ਭ੍ਰਸ਼ਟ ਕਰਦਾ ਸੀ, ਭਗਤੀ ਕਰਨ ਵਿੱਚ ਵਿਘਨ ਪਾਉਂਦਾ ਸੀ। ਜਦੋਂ ਅੱਜ ਵੀ ਮੰਨ ਲਓ ਨਿਤਨੇਮ ਕਰਦੇ ਹੋਏ ਮਨ ਆਲਸ ਕਰ ਜਾਵੇ ਨਾ, ਜੇ ਮੰਨ ਲਓ ਅੰਮ੍ਰਿਤ ਵੇਲੇ ਹੋਵੇ ਤੇ ਗੁਰੂ ਕਾ ਸਿੱਖ ਇਹ ਸੋਚੇ ਕਿ ਸ਼ਾਇਦ ਸਰੀਰ ਦੀ ਥਕਾਵਟ ਹੈ, ਇਸ ਕਰਕੇ ਨਿਤਨੇਮ ਕਰਨ ਨੂੰ ਮਨ ਨਹੀਂ ਲੱਗ ਰਿਹਾ, ਅਸਲ ਦੇ ਵਿੱਚ ਕਲਯੁਗ ਗੁਰੂ ਕਿਆਂ ਸਿੱਖਾਂ ਨੂੰ ਗੁਰੂ ਤੋਂ ਤੋੜਨਾ ਚਾਹੁੰਦਾ ਹੈ, ਤਾਂ ਕਰਕੇ ਨਿਤਨੇਮ ਕਰਨ ਨੂੰ ਮਨ ਨਹੀਂ ਕਰਦਾ। ਪਰ ਗੁਰੂ ਕੇ ਸਿੱਖ ਨਿਤਨੇਮ ਨਹੀਂ ਛੱਡਦੇ। ਸੋ ਕਹਿੰਦੇ ਕਲਯੁਗ ਸਿੱਧ ਪੀਰ ਫਕੀਰ ਜੋ ਉਸ ਵਕਤ ਸਾਧੂ ਸੰਤ ਮਹਾਤਮਾ ਸਨ, ਉਹਨਾਂ ਵਿੱਚ ਉਹਨਾਂ ਦੀ ਤਾਕਤ ਨਹੀਂ ਸੀ ਰਹਿਣ ਦਿੰਦਾ। ਹਰ ਇੱਕ ਦੇ ਉੱਤੇ ਕੋਈ ਨਾ ਕੋਈ ਪਰਚਾ ਪਾ ਕਰਕੇ, ਕਿਸੇ ਨਾ ਕਿਸੇ ਤਰੀਕੇ ਨਾਲ ਪਰਖ ਲੈ ਕਰਕੇ ਉਹਨਾਂ ਨੂੰ ਭਗਤੀ ਕਰਨ ਤੋਂ ਹਟਾ ਦਿੰਦਾ ਸੀ। ਪਰ ਖਾਲਸਾ ਜੀ ਇੱਕ ਮੈਨੂੰ ਬਚਨ ਚੇਤੇ ਆਇਆ ਭਗਤ ਫਰੀਦ ਸਾਹਿਬ ਦੇ ਜੀਵਨ ਦੇ ਵਿੱਚ,
ਕਹਿੰਦੇ ਭਗਤ ਸਾਹਿਬ ਨੇ ਰੋਜ਼ਾਨਾ ਨਮਾਜ਼ ਅਦਾ ਕਰਿਆ ਕਰਨੀ। ਇੱਕ ਦਿਨ ਨਮਾਜ਼ ਅਦਾ ਕਰਨ ਦਾ ਸਮਾਂ ਹੋਇਆ ਤੇ ਮਨ ਆਲਸ ਕਰ ਗਿਆ ਕਿ ਰੋਜ਼ਾਨਾ ਬਾਰ-ਬਾਰ ਨਮਾਜ਼ ਅਦਾ ਕਰਨ ਦਾ ਕੀ ਲਾਭ ਹੈ। ਰੋਜ਼ਾਨਾ ਅਦਾ ਕਰਦਾ ਹਾਂ, ਅੱਜ ਨਮਾਜ਼ ਅਦਾ ਕਰਨੀ ਰਹਿਣ ਦਿੰਦਾ ਤਾਂ ਕੀ ਹੋ ਜਾਵੇਗਾ। ਕਹਿੰਦੇ ਇੰਨੇ ਨੂੰ ਕੰਨਾਂ ਵਿੱਚ ਚੀਕ ਚੁਹਾੜੇ ਦੀਆਂ, ਰੋਣ ਕਰਲਾਉਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਭਗਤ ਸਾਹਿਬ ਨੇ ਬਾਹਰ ਵੇਖਿਆ, ਕਿਸੇ ਦਾ ਜਨਾਜ਼ਾ ਜਾ ਰਿਹਾ ਸੀ, ਕਿਸੇ ਦੀ ਮੌਤ ਹੋਈ ਸੀ ਤੇ ਉਸ ਨੂੰ ਕਬਰ ਵਿੱਚ ਦਫਨਾਉਣ ਵਾਸਤੇ ਜਾ ਰਹੇ ਸਨ। ਤੇ ਭਗਤ ਸਾਹਿਬ ਕਹਿਣ ਲੱਗੇ, ਫਰੀਦਾ ਗੌਰ ਨਮਾਣੀ ਸੱਦ ਕਰੇ ਨਿਘਰਿਆਂ ਘਰ ਆਓ, ਕਿ ਕਬਰ ਸਦਾ ਤੈਨੂੰ ਆਵਾਜ਼ਾਂ ਦੇ ਰਹੀ ਹੈ ਕਿ ਇਸ ਸਰੀਰ ਦੇ ਘਰ ਨੂੰ, ਮਿੱਟੀ ਦੇ ਘਰ ਨੂੰ ਛੱਡ ਕੇ ਤੈਨੂੰ ਇੱਕ ਦਿਨ ਆਪਣੇ ਅਸਲੀ ਘਰ ਦੇ ਵਿੱਚ ਆ ਕੇ ਰਹਿਣਾ ਪਵੇਗਾ। ਕਹਿੰਦੇ ਭਗਤ ਸਾਹਿਬ ਦੁਬਾਰਾ ਫਿਰ ਤਸਬੀਹ ਪਕੜ ਕੇ ਫੇਰਨ ਲੱਗ ਪਏ ਤੇ ਨਮਾਜ਼ ਅਦਾ ਕਰਨ ਲੱਗ ਪਏ, ਇਬਾਦਤ ਕਰਨ ਲੱਗ ਪਏ। ਸੱਚ ਹੈ, ਜਦੋਂ ਵੀ ਖਾਲਸਾ ਜੀ ਨਿਤਨੇਮ ਕਰਨ ਲੱਗਿਆ ਮਨ ਆਲਸ ਕਰੇ ਨਾ। ਇੱਕ ਵਾਰ ਮਨ ਵਿੱਚ ਇਹ ਸੋਚਿਆ ਕਰੋ ਵੀ ਕਿੰਨੇ ਸਾਲ ਹੋ ਗਏ ਨੇ ਜਿਹੜੇ ਅਜਾਈਂ ਗਵਾ ਦਿੱਤੇ ਆ, ਪਰ ਹਜੇ ਤੱਕ ਗੁਰੂ ਨਾਲ ਮਿਲਾਪ ਨਹੀਂ ਹੋਇਆ। ਪਤਾ ਨਹੀਂ ਅੱਜ ਦੇ ਦਿਨ ਵਿੱਚ ਕਿੰਨੇ ਕੇ ਸਵਾਸ ਬਾਕੀ ਨੇ। ਮਤ ਕੇ ਜਾਪੈ ਸਾਹ, ਆਵੈ ਕਹਿ ਨਾ ਆਵੈ ਰਾਮ। ਇੱਕ ਸਵਾਸ ਦਾ ਵੀ ਭਰੋਸਾ ਨਹੀਂ। ਇਸ ਕਰਕੇ ਉਠ ਮਣਾ ਉਦਮ ਕਰੋ, ਵੱਡੇ ਭਾਗੀ ਹੋ ਸਿਮਰੋ ਹਰ ਹਰ ਰਾਏ। ਉਠ ਮਣਾ ਉੱਠ ਕੇ ਗੁਰੂ ਨੂੰ ਚੇਤੇ ਕਰ ਲੈ। ਪ੍ਰਿਸ਼ਟ ਕੀਏ ਸਭ ਥਾਏ, ਜੇ ਹਿੰਦੂਆਂ ਕੇ ਪੂਜੇ ਥੇ। ਕਹਿੰਦੇ ਜਿੰਨੇ ਵੀ ਸਾਧੂ ਸੰਤ ਮਹਾਤਮਾ ਸਾਰੇ ਹੀ ਭ੍ਰਸ਼ਟ ਕਰ ਦਿੱਤੇ ਕਲਯੁਗ ਨੇ ਆਪਣੇ ਆਪਣੇ ਪਰਚੇ ਪਾ ਕਰਕੇ। ਦੋਹਰਾ ਤੇ ਬਾਬੇ ਚਿੱਤ ਤਰਿਓ, ਪੂਰਬ ਸੈਰ ਵਿਚਾਰ। ਹੁਣ ਇਸ ਤੋਂ ਬਾਅਦ ਦੱਖਣ ਦੇਸ਼ ਨੂੰ ਤਾਰਨ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪੂਰਬ ਦੇਸ਼ ਦੀ ਯਾਤਰਾ ਵੱਲ ਚੱਲਦੇ ਆ। ਵੇਖੋ ਖਾਲਸਾ ਜੀ, ਐਸਾ ਮੁਰਸ਼ਦ ਥੋੜਾ ਮਿਲਣਾ ਸੰਸਾਰ ਦੇ ਤਖਤੇ ਤੇ, ਜਿਨੇ ਖੁਦ ਗੱਦੀ ਲਾ ਕੇ ਉਡੀਕ ਨਹੀਂ ਕੀਤੀ ਕਿ ਕੋਈ ਮੇਰੇ ਕੋਲ ਆਵੇ ਤੇ ਮੈਂ ਉਹਦਾ ਦੁੱਖ ਦੂਰ ਕਰਾਂ, ਬਲਕਿ ਬਾਬਾ ਤੇ ਏਡਾ ਦਿਆਲੂ ਕਿਰਪਾਲੂ ਹੈ। ਸੱਚੇ ਪਾਤਸ਼ਾਹ ਨੂੰ ਜਿੱਥੇ ਪਤਾ ਲੱਗਣਾ ਕੋਈ ਦੁਖੀ ਹੈ, ਗੁਰੂ ਨਾਨਕ ਸਾਹਿਬ ਨੇ ਉਹਦੇ ਘਰ ਦਾ ਬੂਹਾ ਖੜਕਾ ਕੇ ਵੀ ਉਹਦਾ ਦੁੱਖ ਦੂਰ ਕੀਤਾ ਹੈ। ਸੋ ਜੇ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਾਂਗੇ ਤੇ ਮਹਾਰਾਜ ਝੋਲੀਆਂ ਜ਼ਰੂਰ ਭਰਦੇ ਨੇ। ਹੁਣ ਸੱਚੇ ਪਾਤਸ਼ਾਹ ਪੂਰਬ ਦੇਸ਼ ਦੀ ਯਾਤਰਾ ਵੱਲ ਵਧਣ ਲੱਗੇ। ਝੂਠ ਸਾਚ ਜਹਾਂ ਜਹਾਂ ਦਪਿਓ, ਦੇਖਿਆ ਸੋ ਉਗਾਰ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਕਿ ਲੋਕਾਂ ਨੂੰ ਝੂਠ ਸੱਚ ਦਾ ਗਿਆਨ ਕੋਈ ਨਹੀਂ ਰਿਹਾ, ਝੂਠ ਦਾ ਪਸਾਰਾ ਹੋ ਰਿਹਾ, ਸੱਚ ਦਾ ਗਿਆਨ ਨਹੀਂ ਹੋ ਰਿਹਾ ਲੋਕਾਂ ਨੂੰ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸੱਚ ਦਾ ਹੋਕਾ ਦੇਣਾ ਸ਼ੁਰੂ ਕੀਤਾ। ਚੌਪਈ ਪ੍ਰਥਮ ਸਤਿਗੁਰ ਕੀਓ ਰੰਗ ਇਸਨਾਨ। ਕਹਿੰਦੇ ਹੁਣ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਰਿਦੁਆਰ ਗੰਗਾ ਵੱਲ ਗਏ। ਰਿਖੀ ਕੇਸ਼ ਰਿਖੀ ਦੇਖਵਾ ਥਾਨ। ਤਾਂ ਗੰਗਾ ਸੱਚੇ ਪਾਤਸ਼ਾਹ ਜਦੋਂ ਪਹੁੰਚੇ ਨੇ, ਇੱਥੇ ਦੀ ਵੀ ਆਪ ਜੀ ਨੂੰ ਇਤਿਹਾਸਕ ਸਾਖੀ ਭਲੀ ਭਾਂਤ ਜਾਣੂ ਹੋ ਕਿ ਪੰਡਤ ਲੋਕ ਸੂਰਜ ਵੱਲ ਮੁਖ ਕਰਕੇ ਪਾਣੀ ਚੜਾ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੰਜਾਬ ਦੇਸ਼ ਵੱਲ ਮੁਖ ਕਰਕੇ ਪਾਣੀ ਚੜਾਉਣ ਲੱਗ ਪਏ। ਤਾਂ ਜਦੋਂ ਉਹਨਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਵੱਲ ਗਿਆ, ਪੁੱਛਣ ਲੱਗੇ ਕਿ ਇਹ ਕੀ ਵੱਖਰਾ ਕੋਤਕ ਵੱਖਰਾ ਕਰਮ ਕਰ ਰਹੇ ਹੋ, ਤੁਹਾਡਾ ਪਾਣੀ ਉਸ ਦਿਸ਼ਾ ਵੱਲ ਕਿਉਂ ਜਾ ਰਿਹਾ, ਸੂਰਜ ਇਸ ਦਿਸ਼ਾ ਵੱਲ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਜੇ ਤੁਹਾਡਾ ਪਾਣੀ ਸੂਰਜ ਨੂੰ ਕਿਉਂ ਜਾ ਰਿਹਾ ਹੈ, ਕਹਿਣ ਲੱਗੇ ਜੋ ਸਾਡੇ ਪਿੱਤਰ ਨੇ ਅਸੀਂ ਉਹਨਾਂ ਤੱਕ ਪਾਣੀ ਪਹੁੰਚਾਉਂਦੇ ਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਮੈਂ ਆਪਣਾ ਪਾਣੀ ਆਪਣੇ ਖੇਤਾਂ ਵੱਲ ਪਹੁੰਚਾ ਰਿਹਾ, ਜਿਹੜੇ ਖੇਤ ਪੰਜਾਬ ਵਿੱਚ ਨੇ। ਪੰਡਤ ਲੋਕ ਕਹਿਣ ਲੱਗੇ ਤੁਹਾਡਾ ਦਿੱਤਾ ਪਾਣੀ ਪੰਜਾਬ ਦੇ ਖੇਤਾਂ ਤੱਕ ਕਿਵੇਂ ਪਹੁੰਚੇਗਾ, ਉਹ ਤਾਂ ਬਹੁਤ ਦੂਰੀ ਤੇ ਹੈ। ਗੁਰੂ ਨਾਨਕ ਸਾਹਿਬ ਨੇ ਪਖੰਡ ਦਾ ਖੰਡਨ ਕੀਤਾ। ਕਹਿੰਦੇ ਜੇ ਤੁਹਾਡਾ ਪਾਣੀ ਸੂਰਜ ਤੱਕ ਪਿੱਤਰਾਂ ਤੱਕ ਪਹੁੰਚ ਸਕਦਾ ਹੈ, ਜਿਹੜੇ ਮੀਲਾਂ ਦੂਰ ਨੇ, ਹਜ਼ਾਰਾਂ ਮੀਲਾਂ ਲੱਖਾਂ ਮੀਲ ਦੂਰ ਨੇ, ਤੇ ਪੰਜਾਬ ਦੇਸ਼ ਤਾਂ ਨੇੜੇ ਹੀ ਵਸਦਾ, ਉੱਥੋਂ ਤੱਕ ਪਾਣੀ ਕਿਉਂ ਨਹੀਂ ਪਹੁੰਚੇਗਾ। ਭਾਵ ਆਪਣੇ ਵਿਚਾਰ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਕਿ ਸਿੱਖੋ, ਪਾਣੀ ਨੂੰ ਵਿਅਰਥ ਗਵਾਉਣ ਦੀ ਬਜਾਏ ਕਿਸੇ ਪਿਆਸੇ ਨੂੰ ਪਾਣੀ ਪਿਆ ਦੇ ਤੇ ਤੇਰੀ ਸੇਵਾ ਪ੍ਰਵਾਨ ਹੋ ਜਾਵੇਗੀ। ਇਹ ਸੱਚੇ ਪਾਤਸ਼ਾਹ ਦੇ ਘਰ ਦਾ ਹੋਕਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿਖਾਇਆ। ਹੁਣ ਹਰਿਦੁਆਰ ਦੀ ਯਾਤਰਾ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰਿਸ਼ੀਕੇਸ਼ ਸ਼ਹਿਰ ਵੱਲ ਵੱਧਦੇ ਨੇ।
ਪਾਰ ਲੰਗ ਵਲਭੀ ਤਹੇ ਦੇਸ। ਤਾਂ ਰਿਸ਼ੀਕੇਸ਼ ਦੇ ਇਲਾਕੇ ਤੋਂ ਹੁੰਦੇ ਹੋਏ ਇੱਕ ਵਲਭੀ ਇਲਾਕਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਵਲਭੀ ਸ਼ਹਿਰ ਦੇ ਵਿੱਚ ਪਹੁੰਚੇ। ਉਤੇ ਲੋਕ ਸਭ ਜੋਗੀ ਪੇਸ। ਜਿਸ ਥਾਂ ਦੇ ਉੱਤੇ ਸਾਰੇ ਹੀ ਕੰਨ ਪਾਟੇ ਜੋਗੀ ਸਨ, ਜੋਗੀ ਬਣੇ ਹੋਏ ਸਨ, ਜੋਗ ਮਤ ਨੂੰ ਧਾਰਨ ਕਰਕੇ ਬੈਠੇ ਹੋਏ ਸਨ। ਸਿੱਧ 84 ਕੇ ਊਹਾ ਧਾਮ। ਜਿਹੜੇ 84 ਸਿੱਧ ਹੋਏ ਨੇ ਖਾਲਸਾ ਜੀ, ਉਹ ਵੀ ਇਸੇ ਥਾਂ ਤੇ ਹੋਏ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਇਹਨਾਂ 84 ਸਿੱਧਾਂ ਦੇ ਨਾਲ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਚਰਚਾ ਹੋਈ। ਗੋਰਖ ਮਤੋ ਹੁਤ ਤਿਸ ਕੋ ਨਾਮ। ਹੁਣ ਜਿਹੜਾ ਗੋਰਖ ਮਤਾ ਹੈ, ਭਾਵ ਜਿਹਨੂੰ ਅੱਜ ਆਪਾਂ ਸਾਰੇ ਸਤਿਕਾਰ ਨਾਲ ਨਾਨਕ ਮਤਾ ਕਹਿੰਦੇ ਆ, ਇਸ ਧਰਤੀ ਦਾ ਨਾਮ ਪਹਿਲਾਂ ਗੋਰਖ ਮਤਾ ਹੁੰਦਾ ਸੀ। ਇੱਥੇ ਸਿੱਧ ਰਿਆ ਕਰਦੇ ਸੀ ਖਾਲਸਾ ਜੀ। ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਜਾ ਕੇ ਗੋਸ਼ਟੀ ਕੀਤੀ। ਉਹਾ ਕਲਯੁਗ ਕਾ ਭਇਓ ਪਸਾਰਾ। ਕਹਿੰਦੇ ਇਸ ਥਾਂ ਦੇ ਉੱਤੇ ਗੋਰਖ ਮਤੇ ਦੇ ਉੱਤੇ ਜਿਹੜੇ ਭੰਗਰਨਾਥ ਜੋਗੀ ਸਨ, ਇਹ ਸਿੱਧਾਂ ਦੀ ਮੰਡਲੀ ਨੇ ਬੜਾ ਹੀ ਕਲਯੁਗ ਦਾ ਪਸਾਰਾ ਕੀਤਾ ਹੋਇਆ ਸੀ। ਲੋਕਾਂ ਨੂੰ ਪਰੇਸ਼ਾਨ ਤੰਗ ਕਰਕੇ ਲੋਕਾਂ ਦਾ ਧਨ ਲੁੱਟਿਆ ਕਰਦੇ ਸਨ। ਸਿੱਧਨ ਤਹਿ ਹਰ ਲਾਇਓ ਭਾਰਾ। ਉਸ ਥਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਤਹਾਂ ਬਾਬੇ ਸਤਨਾਮ ਦਿੜਾਇਆ। ਕਹਿੰਦੇ ਸਿੱਧ ਲੋਕ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਏ, ਕਦੇ ਆਕਾਸ਼ ਵਿੱਚ ਉੱਡਣ, ਕਦੇ ਬਘਿਆੜ ਬਣ ਜਾਣ, ਕਦੇ ਕੋਈ ਰੂਪ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਨੂੰ ਡਰਾਉਣ। ਕਹਿੰਦੇ ਜਿਸ ਦਰਖਤ ਦੇ ਥੱਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੌਂਕੜਾ ਲਾਇਆ ਸੀ, ਸਿੱਧਾਂ ਨੇ ਉਹ ਦਰਖਤ ਹਵਾਵਾਂ ਦੇ ਵਿੱਚ ਉਡਾਉਣਾ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਨੇ ਪੰਜੇ ਦੇ ਨਾਲ ਉਸ ਪਿੱਪਲ ਨੂੰ ਖਾਲਸਾ ਜੀ ਰੋਕਿਆ। ਅੱਜ ਵੀ ਉਸ ਪਿੱਪਲ ਦੇ ਨਾਨਕ ਮਤੇ ਦੀ ਧਰਤੀ ਤੇ ਦਰਸ਼ਨ ਕਰ ਸਕਦੇ ਹਾਂ। ਗੋਰਖ ਮਤਿਓ ਮਤ ਨਾਨਕ ਸਦਵਾਇਆ। ਤੇ ਕਹਿੰਦੇ ਜਿਹੜੀ ਧਰਤੀ ਨੂੰ ਇਹ ਗੋਰਖ ਪੰਥੀਏ ਆਪਣੀ ਇਸ ਧਰਤੀ ਨੂੰ ਗੋਰਖ ਮਤਾ ਅਖਵਾਉਂਦੇ ਸਨ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਧਰਤੀ ਨਾਨਕ ਮਤਾ ਕਹਿ ਉੱਠੀ। ਦਰਅਸਲ ਉਹਨਾਂ ਨੇ ਇੱਕ ਪਖੰਡ ਬਣਾਇਆ ਸੀ। ਭੋਰੇ ਦੇ ਥੱਲੇ ਇੱਕ ਬੱਚੇ ਨੂੰ ਦਬਾਇਆ ਹੋਇਆ ਸੀ, ਤੇ ਜਦੋਂ ਲੋਕ ਇਕੱਠੇ ਹੋਇਆ ਕਰਦੇ ਸਨ ਤੇ ਕਹਿੰਦੇ ਸਨ ਕਿ ਇਹ ਧਰਤੀ ਗੋਰਖ ਮਤਾ ਹੈ, ਗੋਰਖਾਂ ਦੀ ਧਰਤੀ ਹੈ, ਜੋਗੀਆਂ ਦੀ ਧਰਤੀ ਹੈ। ਲੋਕਾਂ ਨੇ ਪੁੱਛਣਾ ਕਿਸ ਤਰ੍ਹਾਂ? ਕਹਿੰਦੇ ਉਹਨਾਂ ਭੋਰੇ ਵੱਲ ਮੂੰਹ ਕਰਕੇ ਕਹਿਣਾ, ਧਰਤੀ ਮਾਤਾ ਤੂੰ ਦੱਸ ਕਿਸ ਦੀ ਧਰਤੀ ਹੈ? ਤੇ ਅੰਦਰੋਂ ਬੱਚੇ ਨੇ ਆਵਾਜ਼ ਦੇਣੀ, ਗੋਰਖ ਮਤਾ, ਗੋਰਖ ਮਤਾ, ਗੋਰਖ ਮਤਾ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਸੱਚੇ ਪਾਤਸ਼ਾਹ ਨੇ ਕਿਹਾ ਧਰਤੀ ਤੇ ਰੱਬ ਦੀ ਬਣਾਈ ਹੈ, ਪਖੰਡੀਆਂ ਦੀ ਧਰਤੀ ਨਹੀਂ ਹੋ ਸਕਦੀ, ਰੱਬ ਦੀ ਧਰਤੀ ਹੈ। ਸਿੱਧ ਕਹਿਣ ਲੱਗੇ ਕਿ ਤੁਸੀਂ ਧਰਤੀ ਨੂੰ ਪੁੱਛ ਲਓ ਕਿਹਦੀ ਧਰਤੀ ਹੈ। ਕਹਿਣ ਲੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਧਰਤੀ ਤੂੰ ਕਿਹਦੀ ਬਣਾਈ ਧਰਤੀ? ਤੇ ਖਾਲਸਾ ਜੀ ਉਹ ਬੱਚਾ ਉਹ ਚੁੱਪ ਰਿਹਾ ਤੇ ਅਸਲ ਦੇ ਵਿੱਚ ਧਰਤੀ ਬੋਲ ਉੱਠੀ। ਆਕਾਸ਼ਵਾਣੀ ਹੋਈ ਕਿ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਉਸ ਦਿਨ ਤੋਂ ਇਸ ਧਰਤੀ ਦਾ ਨਾਮ ਨਾਨਕ ਮਤਾ ਪੈ ਗਿਆ। ਤੇ ਕਹਿੰਦੇ ਉਸ ਸਥਾਨ ਦੇ ਉੱਤੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੀ ਪਰਖ ਕਰਨੀ ਚਾਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲ ਆਏ, ਇੱਕ ਗਾਂ ਲੈ ਕਰਕੇ ਕਹਿੰਦੇ ਇਸ ਗਾਂ ਨੂੰ ਚੋ ਕੇ ਸਾਨੂੰ ਦੁੱਧ ਛਕਾਓ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਜਾਮੀ ਨੇ। ਸਿੱਧਾਂ ਨੇ ਤਾਕਤ ਦੇ ਨਾਲ ਗਾਂ ਦਾ ਦੁੱਧ ਸੁਕਾ ਦਿੱਤਾ ਸੀ। ਸੱਚੇ ਪਾਤਸ਼ਾਹ ਦੀ ਪਰਖ ਕਰਨੀ ਚਾਹੁੰਦੇ ਸੀ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਕੋਲ ਜਿਹੜਾ ਖੂਹ ਹੈ ਉਹਦੇ ਵਿੱਚੋਂ ਦੁੱਧ ਦਾ ਬਾਟਾ ਭਰ ਕੇ ਲਿਆ ਕੇ ਇਹਨਾਂ ਨੂੰ ਛਕਾ। ਤੇ ਖਾਲਸਾ ਜੀ ਜਦੋਂ ਭਾਈ ਮਰਦਾਨਾ ਜੀ ਨੇ ਬਚਨ ਮੰਨਿਆ, ਖੂਹ ਦੇ ਵਿੱਚ ਬਾਟਾ ਪਾਇਆ ਤੇ ਬਾਟੇ ਵਿੱਚ ਜਲ ਨਹੀਂ, ਬਾਟੇ ਵਿੱਚ ਦੁੱਧ ਆਇਆ। ਅੱਜ ਵੀ ਖੂਹ ਉੱਥੇ ਮੌਜੂਦ ਹੈ, ਆਪ ਦਰਸ਼ਨ ਕਰ ਸਕਦੇ ਹੋ। ਜਦੋਂ ਜਲ ਲੈ ਕੇ ਛਕੋ ਤੇ ਅੱਜ ਵੀ ਦੁੱਧ ਦਾ ਹੀ ਸਵਾਦ ਆਉਂਦਾ। ਤੇ ਕਹਿੰਦੇ ਵਿਗਿਆਨਿਕ ਲੋਕ, ਸਾਇੰਟਿਸਟ ਲੋਕ ਉਸ ਧਰਤੀ ਤੇ ਗਏ, ਉਸ ਜਲ ਦਾ ਉਹਨਾਂ ਨੇ ਜਾ ਕਰਕੇ ਜਦੋਂ ਉਸ ਜਲ ਦੀ ਖੋਜ ਕੀਤੀ ਤੇ ਵਿਗਿਆਨਿਕ ਲੋਕਾਂ ਨੇ ਵੀ ਮੰਨਿਆ ਕਿ ਇਸ ਪਾਣੀ ਦੇ ਅੰਦਰ ਜੋ ਤੱਤ ਨੇ, ਦੁੱਧ ਵਾਲੇ ਤੱਤ ਨੇ, ਜਲ ਵਾਲੇ ਤੱਤ ਨਹੀਂ। ਪਹਿਲਾਂ ਉੱਥੇ ਖੂਹ ਦੇ ਵਿੱਚ ਦੁੱਧ ਹੀ ਹੋਇਆ ਕਰਦਾ ਸੀ, ਪਰ ਉੱਥੋਂ ਦੇ ਪ੍ਰਬੰਧਕ ਦੁੱਧ ਵੇਚਣ ਲੱਗ ਪਏ। ਤੇ ਜਦੋਂ ਦੁੱਧ ਵੇਚਣ ਲੱਗ ਪਏ ਖੂਹ ਦੇ ਵਿੱਚੋਂ, ਤੇ ਗੁਰੂ ਨਾਨਕ ਸਾਹਿਬ ਨੇ ਦੁੱਧ ਦਾ ਰੂਪ ਪਾਣੀ ਵਰਗਾ ਕਰ ਦਿੱਤਾ ਵੀ ਵੇਚਣ ਵਾਲੀ ਨੌਬਤ ਹੀ ਨਾ ਆਵੇ। ਸੋ ਭਾਵ ਗੁਰੂ ਨਾਨਕ ਦੀ ਰਹਿਮਤ, ਗੁਰੂ ਨਾਨਕ ਦੀ ਕਿਰਪਾ ਵੇਚੀ ਨਹੀਂ ਜਾ ਸਕਦੀ।
ਨਮਾਣਾ ਹੋ ਕਰਕੇ ਗੁਰੂ ਨਾਨਕ ਦੀ ਕਿਰਪਾ ਝੋਲੀ ਵਿੱਚ ਜ਼ਰੂਰ ਪਵਾਈ ਜਾ ਸਕਦੀ ਹੈ। ਸੋ ਇਸ ਤਰ੍ਹਾਂ ਨਾਨਕ ਮਤੇ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਹੋਈ। ਅੱਜ ਦੇ ਦਿਨ ਆਪ ਜੀ ਨੇ ਇਹ ਇਤਿਹਾਸ ਸਰਵਣ ਕੀਤਾ। ਆਉਣ ਵਾਲੇ ਦਿਨਾਂ 'ਚ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਆਪਾਂ ਇਸੇ ਤਰ੍ਹਾਂ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਜਾਣਦੇ ਹੋਏ ਸ਼ਬਦ ਦਾ ਜਾਪ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਖਿਮਾ ਦੇ ਜਾਚਕ ਹੁੰਦੇ ਹੋਏ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਨਾਲ ਪੜੋ ਜੀ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुण तास, हे संगी हे निरंकार, हे निर्गुण सब टेक, हे गोविंद हे गुण निदान जाकै सदा बबेक, हे अपरंपर हर हरे है पी होवन हार, हे संत के सदा संग निदारा आधार, हे ठाकुर हों दासरो मैं निर्गुण गुण नहीं कोय, नानक दीजै नाम दान राखो हियै परोए, आए प्रभ शरणागति किरपा निध दयाल, एक अखर हर मन बसत नानक होत निहाल, कथा निता प्रत होत है सुनो सुसिंग सुजान, नानक गुरु गोबिंद सिंह जी सदा करें कल्याण, नानक गुरु गोबिंद सिंह जी सदा करें कल्याण। वाहिगुरु जी का खालसा वाहिगुरु जी की फतेह।